ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਅੱਗੇ ਸਿਆਸੀ ਮਾਹਰ ਪ੍ਰੋਫੈਸਰ ਹਰਜਿੰਦਰਪਾਲ ਸਿੰਘ ਵਾਲੀਆ ਮੌਜੂਦ ਨੇ। ਵੱਡੀਆਂ ਖਬਰਾਂ ਉੱਤੇ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਵਾਲੀਆ ਸਾਹਿਬ। ਜੀ ਸ਼ੁਕਰੀਆ ਜੀ ਸਿਕੰਦਰ ਜੀ। ਵਾਲੀਆ ਸਾਹਿਬ, ਸ਼ੁਰੂਆਤ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਤੋਂ ਸਹੁੰ ਚੁੱਕ ਲਈ। ਨਾਲ ਸਟੇਜ ਦੇ ਉੱਤੋਂ ਏਦਾਂ ਕਹਿ ਲਓ ਕਿ ਸੁਚੇਤ ਰਹਿਣ ਦੇ ਲਈ ਕਿਹਾ ਗਿਆ। ਜਿਹੜੇ ਨਵੇਂ ਐਮਐਲਏ ਚੁਣੇ ਗਏ ਨੇ, ਅਰਵਿੰਦ ਕੇਜਰੀਵਾਲ ਹੋਰੀ ਵੀ ਉੱਥੇ ਮੌਜੂਦ ਸੀ, ਮਨੀਸ਼ ਸਿਸੋਦੀਆ ਵੀ ਮੌਜੂਦ ਸੀ। ਉਹਨਾਂ ਦੇ ਸਾਹਮਣੇ ਇਨਕਲਾਬ ਦੀ ਗੱਲ ਜਦੋਂ ਕੀਤੀ ਗਈ, ਨਵਾਂ ਨਰੋਆ ਤੇ ਸੁਨਹਿਰਾ ਪੰਜਾਬ ਬਣਾਉਣ ਦੀ ਗੱਲ ਕੀਤੀ ਗਈ, ਪਰ ਜਿਹੜੀਆਂ ਤਸਵੀਰਾਂ ਪਿਛਲੇ ਕੁਝ ਦਿਨਾਂ ਤੋਂ ਆ ਰਹੀਆਂ ਉਹ ਇਸ ਤਰ੍ਹਾਂ ਲੱਗਦਾ ਹੈ ਕਿ ਭਗਵੰਤ ਮਾਨ ਹੋਣਾ ਤੱਕ ਪਹੁੰਚ ਕੇ ਉਹਨਾਂ ਨੂੰ ਵੀ ਖਟਕੀਆਂ ਹੋਣੀਆਂ ਕਿ ਕਾਫੀ ਜ਼ਿਆਦਾ ਜਿਹੜੀ ਉਹ ਕਾਹਲੀ ਕਰ ਰਹੇ ਨੇ। 5 ਸਾਲ ਦਿੱਤੇ ਨੇ ਲੋਕਾਂ ਨੇ, ਥੋੜਾ ਮਤਲਬ ਕਿ ਕਦਮ ਫੂਕ ਕੇ ਧਰੇ ਜਾਣ ਕੇ ਕਿਹੜੇ ਮਸਲੇ ਦਾ ਹੱਲ ਕਿੱਦਾਂ ਕੱਢਣਾ। ਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਕਈ ਗੱਲਾਂ ਨੇ। ਜੇ ਆਪਾਂ ਗੱਲ ਸ਼ੁਰੂਆਤ ਇਸ ਗੱਲ ਤੋਂ ਕਰ ਲਈਏ ਕਿ ਕਿਹਾ ਇਹ ਗਿਆ ਸੀ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਊ ਤੇ VIP ਕਲਚਰ ਖਤਮ ਕਰਾਂਗੇ। ਸਭ ਤੋਂ ਪਹਿਲਾਂ ਆਲੋਚਨਾ ਸਹੁੰ ਚੱਕਣ ਤੋਂ ਪਹਿਲਾਂ ਕਿਉਂ ਸ਼ੁਰੂ ਕਰਵਾਈ, ਇਹ ਗੱਲ ਸਮਝ ਨਹੀਂ ਆਈ। ਪਹਿਲੀ ਗੱਲ ਤਾਂ ਕੀ ਲੋੜ ਹੈ ਕਿ 100 ਤੋਂ ਵੱਧ ਏਕੜ ਦੀ ਕਣਕ ਜਿਹੜੀ ਹੈ, ਖੜੀ ਕਣਕ ਨੂੰ ਬਰਬਾਦ ਕਰਨਾ ਤੇ 46,000 ਰੁਪਇਆ ਏਕੜ ਦਾ ਮੁਆਵਜ਼ਾ ਦੇਣਾ। ਗੱਲ ਮੁਆਵਜ਼ੇ ਦੀ ਨਹੀਂ, ਗੱਲ ਤਾਂ ਕਣਕ ਨੂੰ ਖਰਾਬ ਕਰਨ ਦੀ ਹੈ। ਤੇ ਕਿਹੜਾ ਪਰਪਸ ਹੱਲ ਹੋਇਆ ਇਹ ਦੇਖਣ ਦੀ ਹੈ। ਜੇ ਮਤਲਬ ਸਿਰਫ 15 ਮਿੰਟ ਦੇ ਪ੍ਰੋਗਰਾਮ ਲਈ ਕਰੋੜਾਂ ਰੁਪਏ ਜਿਹੜੇ ਨੇ ਉਹ ਬਰਬਾਦ ਕਰਨੇ ਨੇ, ਤਾਂ ਤਬਦੀਲੀ ਦੀ ਗੱਲ ਗੇਟ 'ਚ ਨਹੀਂ ਆਉਂਦੀ। ਇਹ ਗੱਲ ਮੰਨਣੀ ਪਏਗੀ। ਔਰ ਇਸੇ ਤਰੀਕੇ ਨਾਲ ਜਦੋਂ ਰੋਡ ਸ਼ੋਅ ਹੁੰਦਾ ਹੈ, ਜਿੰਨੀ ਖੱਜਲ ਖੁਆਰੀ ਔਰਤਾਂ ਦੀ, ਕਿਉਂਕਿ ਉਹ ਸਫ਼ਰ ਕਰਨ ਵਾਲੀਆਂ ਉਡੀਕਦੀਆਂ ਰਹੀਆਂ ਬੀਬੀਆਂ, ਤੇ ਬੱਸਾਂ ਤਾਂ 700 ਲੱਗੀਆਂ ਹੋਈਆਂ ਸੀ ਅੰਮ੍ਰਿਤਸਰ ਸਾਹਿਬ ਨੂੰ। ਇਹ ਸਮਝ ਨਹੀਂ ਆਈ ਵੀ 2 ਸ਼ੋਅ ਦਾ ਕੀ, ਜੇ ਸ਼ਕਤੀ ਪ੍ਰਦਰਸ਼ਨ ਕਰਨਾ ਸੀ ਤਾਂ ਜੋ ਦਿੱਲੀ 'ਚ ਜੋ ਅੰਮ੍ਰਿਤਸਰ ਸਾਹਿਬ 'ਚ ਕੀਤਾ ਹੈ, ਧੰਨਵਾਦ ਪੰਜਾਬ ਦਾ, ਉਸ ਵੇਲੇ ਵੀ ਸੁਨੇਹਾ ਦਿੱਤਾ ਜਾ ਸਕਦਾ ਸੀ। ਇਹ ਦੋਨੇ ਗੱਲਾਂ। ਤੇ ਉਸ ਤੋਂ ਬਾਅਦ ਜਿੰਨੇ ਵੱਡੇ ਪੱਧਰ ਤੇ ਅਖਬਾਰਾਂ ਦੇ ਵਿੱਚ, TV ਦੇ ਵਿੱਚ ਐਡ ਦਿੱਤੀ ਗਈ, ਉਹ ਵੀ ਪਹਿਲਾਂ ਸ਼ੁਰੂ ਦੇ ਵਿੱਚ ਹੀ ਆਲੋਚਨਾ ਦਾ ਸ਼ਿਕਾਰ ਇਹ ਸਰਕਾਰ ਹੋਈ ਹੈ, ਜਿਹਦੀ ਲੋੜ ਨਹੀਂ ਸੀ। ਅਸੀਂ ਇਹ ਸਮਝਦੇ ਹਾਂ। ਅੱਜ ਮੈਨੂੰ ਪੁੱਛਿਆ ਗਿਆ ਕਿਸੇ ਵੱਲੋਂ, ਮੈਂ ਕਿਹਾ ਕੋਟ ਕੀਤਾ ਮੈਂ ਉੱਥੇ ਡਾਕਟਰ ਆਤਮ ਹਮਰਾਹੀ ਨੂੰ, ਮੇਰੇ ਮਿੱਤਰ ਸੀ, ਔਰ ਉਹ ਕਹਿਣ ਲੱਗੇ ਕਿ ਮੈਂ ਉਹਨਾਂ ਨੂੰ ਕਿਹਾ ਜਦੋਂ ਬਾਵਨੀ ਲਿਖ ਰਹੇ ਸੀ, ਮੈਂ ਕਿਹਾ ਵੀ ਆਹ ਬੰਦਾ ਤਾਂ ਇਹੋ ਜਿਹਾ, ਤੁਸੀਂ ਇਹਦੀਆਂ ਇੰਨੀਆਂ ਚੰਗੀਆਂ ਗੱਲਾਂ ਕਰੀ ਜਾਂਦੇ ਹੋ। ਉਹ ਕਹਿੰਦੇ ਜਦੋਂ ਮੈਂ ਮੁੱਖਬੰਦ ਲਿਖੂ ਨਾ ਉਦੋਂ ਤੂੰ ਪੜ੍ਹ ਲਈ। ਤੇ ਮੁੱਖਬੰਦ 'ਚ ਉਹਨਾਂ ਨੇ ਲਿਖਿਆ ਕਿ ਇਹ ਮਤ ਜਾਣਿਓ ਕਿ ਮੈਨੂੰ ਦੀਵੇ ਦੇ ਥੱਲੇ ਹਨੇਰੇ ਦਾ ਨਹੀਂ ਪਤਾ, ਪਰ ਮੈਂ ਰੋਸ਼ਨੀ ਦੀ ਗੱਲ ਕਰਾਂਗਾ ਅੱਜ ਤਾਂ। ਸੋ ਅਸੀਂ ਅੱਜ ਰੋਸ਼ਨੀ ਦੀ ਗੱਲ ਕਰੀਏ, ਸਾਨੂੰ ਸਾਰਾ ਪਤਾ ਹੈ ਵੀ ਕੀ ਹੋਇਆ, ਪਰ ਇਸ ਦੇ ਬਾਵਜੂਦ ਸਿਕੰਦਰ ਗੱਲ ਨਹੀਂ ਸਮਝ ਆਈ ਕਿ ਇੰਨਾ ਕੁਝ ਨਹੀਂ ਕਰਨ ਦੀ। ਜਿਹੜਾ ਕੁਝ ਖਟਕੜ ਕਲਾਂ ਦੇ ਵਿੱਚ ਇੱਕ ਹੋਰ ਤਰੀਕਾ ਸੀ ਕਿ ਜਾਂਦੇ, ਕਿਉਂਕਿ ਲਾਈਵ ਸਾਰੇ ਟੈਲੀਵਿਜ਼ਨ ਨੂੰ ਐਡ ਦਿੱਤੀ ਸੀ ਕਿ ਤੁਸੀਂ ਲਾਈਵ ਕਰਨਾ ਹੈ, ਤਾਂ ਲੋਕਾਂ ਦੇ ਘਰਾਂ 'ਚ ਬੈਠ ਕੇ ਜਿਹੜਾ ਗੱਲ ਕਰ ਲਈ ਸੀ ਤੇ ਜਾਂ ਦੇਖ ਲੈਣਾ ਸੀ। ਹੋਣਾ ਤਾਂ ਇਹ ਚਾਹੀਦਾ ਸੀ ਕਿ ਪੈਸਾ ਬਚਾਉਂਦੇ, ਰਾਜ ਭਵਨ 'ਚ ਸਹੁੰ ਚੁੱਕਦੇ ਸਾਰੇ MLA ਇੱਕ ਸਹੁੰ ਇੱਥੇ ਆ ਕੇ ਖਟਕੜ ਕਲਾਂ ਸ਼ਰਧਾਂਜਲੀ ਵੀ ਦਿੰਦੇ ਸ਼ਹੀਦਾਂ ਨੂੰ ਤੇ ਸਹੁੰ ਚੁੱਕ ਲੈਂਦੇ। ਇਹ ਵੀ ਗੱਲ ਸਭ ਨੂੰ ਪਤਾ ਹੈ ਕਿ ਸਹੁੰ ਚੁੱਕਣ ਤੋਂ ਬਾਅਦ ਕੋਈ ਭਾਸ਼ਣ ਨਹੀਂ ਹੁੰਦਾ। ਅੱਜ ਵੀ ਤੁਸੀਂ ਯਾਦ ਕਰੋ, ਜਦੋਂ ਸਹੁੰ ਚੁੱਕੀ ਗਈ ਉਸ ਤੋਂ ਬਾਅਦ ਰਾਸ਼ਟਰੀ ਗਾਨ ਹੋਇਆ, ਇਹ ਡਿਕਲੇਅਰ ਹੋਇਆ ਕਿ ਜਿਹੜਾ ਹੈ ਸਮਾਪਤ ਹੋ ਗਿਆ ਸਮਾਰੋਹ, ਤੇ ਗਵਰਨਰ ਸਾਹਿਬ ਚਲੇ ਗਏ। ਉਦੋਂ ਬਾਅਦ ਮਾਨ ਸਾਹਿਬ ਆ ਕੇ ਮਾਈਕ ਤੇ ਆਪਣਾ ਸੁਨੇਹਾ ਦਿੰਦੇ ਨੇ, ਜਿਹੜਾ ਸੁਨੇਹਾ ਪੰਜਾਬੀਆਂ ਨੇ ਲਗਾਤਾਰ ਸੁਣਿਆ ਜਦੋਂ ਕੈਂਪੇਨ ਚੱਲਦੀ ਸੀ, ਉਹੀ ਗੱਲਾਂ ਕੀਤੀਆਂ ਨੇ। ਹਾਂ, ਇੱਕ ਗੱਲ ਜ਼ਰੂਰ, ਪਿਛਲੇ ਕੁਝ ਦਿਨਾਂ ਤੋਂ ਬਿਨਾਂ ਸਹੁੰ ਚੁੱਕੇ ਜਦੋਂ MLA ਜਾ ਕੇ ਛਾਪੇ ਮਾਰਦੇ ਸੀ, ਉਹਨਾਂ ਨੂੰ ਸੀਨੀਅਰ ਬੰਦੇ ਸਮਝਾਉਂਦੇ ਵੀ ਰਹੇ। ਅੱਜ ਮਾਨ ਸਾਹਿਬ ਨੂੰ ਕਹਿਣਾ ਪੈ ਗਿਆ, ਭਾਈ ਆਪਾਂ ਹੰਕਾਰ ਨਹੀਂ ਕਰਨਾ ਤੇ ਹੰਕਾਰ ਤੋਂ ਬਚਣਾ ਹੈ, ਲਲਕਾਰੇ ਨਹੀਂ ਮਾਰਨੇ। ਤੋ ਇਹ ਕਹਿਣ ਦੀ ਕਿਉਂ ਲੋੜ ਪਈ? ਸੋ ਇਹ ਉੱਥੇ ਫਿਰ ਉਹਨਾਂ ਨੇ ਅੱਜ ਜਦੋਂ ਉੱਥੇ ਭਾਸ਼ਣ ਦਿੱਤਾ, ਜਿਹੜਾ ਬਹੁਤ ਰੇਅਰ ਹੁੰਦਾ ਹੈ, ਮਾਨ ਸਾਹਿਬ ਨੇ ਸੋਚਿਆ ਜੇ ਇੰਨਾ ਇਕੱਠ ਕੀਤਾ, ਇੰਨਾ ਖਰਚਾ ਕੀਤਾ ਹੈ,
ਤੇ ਇੱਕ ਬੰਦੇ ਦੀ ਸਹੁੰ ਚੁੱਕ ਸਮਾਗਮ ਤੇ ਕਿ ਉਹਨਾਂ ਕੋਈ ਗੱਲ ਕਰ ਲਈਏ। ਉਹਨਾਂ ਨੇ ਗੱਲ ਕੀਤੀ, ਗੱਲਾਂ ਸੋਹਣੀਆਂ ਕੀਤੀਆਂ, ਸੁਪਨੇ ਵੱਡੇ ਬੀਜੇ ਨੇ ਤੇ ਸੁਨੇਹਾ ਵੀ ਠੀਕ ਦਿੱਤਾ ਹੈ। ਆਸ ਕਰੀਏ ਕਿ ਸੁਪਨੇ ਹਕੀਕਤ ਚ ਬਦਲਣ। ਅੱਜ ਤਾਂ ਆਪਾਂ ਰੋਸ਼ਨੀ ਦੀ ਗੱਲ ਕਰੀਏ ਤਾਂ ਹੀ ਚੰਗੀ ਗੱਲ ਹੈ। ਜੀ ਵਾਲੀਆ ਸਾਹਿਬ, ਇੱਕ ਹੋਰ ਚਰਚਾ ਸਾਰਾ ਦਿਨ ਇਹ ਵੀ ਰਹੀ ਕਿ ਅਖਬਾਰਾਂ, ਚਲੋ ਪੰਜਾਬ ਦੇ ਵਿੱਚ ਤਾਂ ਇਸ਼ਤਿਹਾਰ ਲੱਗਦੇ, ਨੈਸ਼ਨਲ ਮੀਡੀਆ 'ਚ ਵੀ ਇਸ਼ਤਿਹਾਰ ਲੱਗੇ, ਪਰ ਬਹੁਤੇ ਇਹੋ ਜਿਹੇ ਖੇਤਰਾਂ ਦੇ ਵਿੱਚ ਵੀ ਅਖਬਾਰਾਂ ਪਹੁੰਚੀਆਂ ਜਿੱਥੋਂ ਦੀ ਭਾਸ਼ਾ ਪੰਜਾਬੀਆਂ ਨੂੰ ਤਾਂ ਕੀ ਸ਼ਾਇਦ ਹਿੰਦੀ ਬੈਲਟ ਨੂੰ ਵੀ ਸਮਝ ਨਾ ਆਉਂਦੀ ਹੋਵੇ, ਉੱਥੇ ਵੀ ਫਰੰਟ ਪੇਜ ਦੇ ਇਸ਼ਤਿਹਾਰ ਲੱਗੇ ਭਗਵੰਤ ਮਾਨ ਹੋਰਾਂ ਦੇ ਕਿ 3 ਕਰੋੜ ਪੰਜਾਬੀ ਉਹਨਾਂ ਦੇ ਨਾਲ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ। ਨਹੀਂ, ਬਿਲਕੁਲ ਤੁਹਾਡੀ ਗੱਲ ਠੀਕ ਹੈ। ਮੈਨੂੰ ਤਾਂ ਉਦੋਂ ਵੀ ਨਹੀਂ ਸਮਝ ਆਈ ਕਿ ਅੰਗਰੇਜ਼ੀ ਟ੍ਰਿਬਿਊਨ ਦੇ ਫਰੰਟ ਪੇਜ ਤੇ ਹਿੰਦੀ 'ਚ ਇਸ਼ਤਿਹਾਰ ਲੱਗਣ ਦਾ। ਇਹ ਮੈਂ ਜਿਹੜਾ ਹੈ ਪਹਿਲੀ ਵਾਰ ਦੇਖਿਆ ਸੀ। ਇੰਗਲਿਸ਼ 'ਚ ਲੱਗਦਾ ਤਾਂ ਸਮਝ ਆਉਂਦੀ ਸੀ। ਇੰਗਲਿਸ਼ ਟ੍ਰਿਬਿਊਨ ਦੇ ਫਰੰਟ ਪੇਜ ਤੇ ਹਿੰਦੀ ਦਾ ਇਸ਼ਤਿਹਾਰ ਕੋਈ ਗੱਲ ਗੇਟ ਤਾਂ ਆਈ ਨਹੀਂ। ਲੇਕਿਨ ਮੈਂ ਫਿਰ ਉਹੀ ਗੱਲ ਕਰ ਰਿਹਾ ਕਿ ਟਾਈਮ ਦੇਈਏ ਆਪਾਂ। ਹਾਲ ਦੀ ਘੜੀ ਆਪਾਂ ਇਸ਼ਾਰਾ ਕਰ ਦਿੱਤਾ ਹੈ। ਹਾਲ ਦੀ ਘੜੀ ਤਾਂ ਇਹ ਟਾਈਮ ਦੇਈਏ ਵੀ ਇਹ ਸਰਕਾਰ ਜਿਹੜੀ ਹੈ ਉਹ ਜੋ ਕਹਿ ਰਹੀ ਹੈ, ਜਿਵੇਂ ਮਾਨ ਸਾਹਿਬ ਨੇ ਕਿਹਾ ਕਿ ਅਸੀਂ ਟਾਈਮ ਨਹੀਂ ਵੇਸਟ ਕਰਨਾ, ਤੋ ਉਸ ਕਰਕੇ ਉਹ ਆਏ ਖਟਕੜ ਕਲਾਂ ਤੋਂ ਸਿੱਧੇ ਆ ਕੇ ਉਹ ਸੈਕਟਰੀਏਟ ਗਾਰਡ ਆਫ ਆਨਰ ਲਿਆ ਤੇ ਆਪਦੇ ਕੰਮ ਚ ਲੱਗੇ, ਮੀਟਿੰਗਾਂ ਕੀਤੀਆਂ। ਚੰਗੀ ਗੱਲ ਹੈ, ਲੇਕਿਨ ਚੰਗੀ ਗੱਲ ਉਦੋਂ ਹੋਰ ਹੋਏਗੀ ਜਦੋਂ ਨਤੀਜੇ ਚੰਗੇ ਆਉਣਗੇ। ਮੈਂ ਇਹ ਨਹੀਂ ਕਿ ਮੈਂ ਡਿਫੈਂਡ ਕਰਦਾ, ਤੇ ਮੈਂ ਤਾਂ ਇਹ ਕਹਿਣਾ ਕਿ ਹਾਲ ਦੀ ਘੜੀ ਇਹ ਸਾਡਾ ਤਾਂ ਕੰਮ ਹੀ ਹੈ, ਅਸੀਂ ਤਾਂ ਨਿਗਾਹ ਰੱਖਣੀ ਹੈ। ਮੀਡੀਆ ਦਾ ਕੰਮ ਨਿਗਾਹ ਰੱਖਣਾ ਹੁੰਦਾ। ਲੇਕਿਨ ਅਸੀਂ ਇਹ ਵੀ ਤਾਂ ਕਹੀਏ ਤੇ ਜੇ ਪੋਜ਼ਿਟਿਵ ਜੇ ਕੋਈ ਗੱਲ ਹੋਈ ਹੈ। ਪਤਾ ਇਹ ਲੱਗਿਆ ਕਿ ਪਿਛਲੇ 2-3 ਦਿਨ ਤੋਂ, ਜਦੋਂ ਤੋਂ 10 ਮਾਰਚ ਤੋਂ ਬਾਅਦ ਇਹ ਸਰਕਾਰ ਬਣੀ ਹੈ, ਉਸ ਦਿਨ ਤੋਂ ਜਿਹੜਾ ਹੈ ਰੇਤ ਮਾਫੀਆ ਦਾ ਕੰਮ ਰੁਕਿਆ ਹੋਇਆ। ਟਰੱਕ ਦੇਖੇ ਨਹੀਂ ਜਾ ਰਹੇ ਰੇਤ ਦੇ। ਚਲੋ ਇਹਦਾ ਮਤਲਬ ਜੇ 2-2.5-3 ਕਰੋੜ ਖਰਚ ਵੀ ਦਿੱਤਾ, ਉਧਰੋਂ ਰੇਤ ਮਾਫੀਆ ਦੇ ਐਂਗਲ ਤੋਂ ਬਚਿਆ ਵੀ ਹੋਏਗਾ। ਇਹ ਕਹਿ ਕੇ ਮਨ ਨੂੰ ਤਸੱਲੀ ਦੇ ਲੈਂਦੇ ਆ। ਲੇਕਿਨ ਤਸੱਲੀ ਅਸਲ ਉਦੋਂ ਆਊਗੀ ਜਦੋਂ ਪੰਜਾਬ ਦਾ ਜਿਹੜਾ ਏਜੰਡਾ ਹੈ, ਜਿਹਦੇ ਵਿੱਚ ਕੱਲੀ ਗੱਲ ਜਿਹੜੀ ਉਹਨਾਂ ਨੇ ਕਹੀ ਹੈ, ਚਾਹੇ ਹੈਲਥ ਦੀ ਹੈ ਚਾਹੇ ਐਜੂਕੇਸ਼ਨ ਦੀ ਹੈ। ਹੁਣ ਮੈਂ ਹੈਲਥ ਤੇ ਐਜੂਕੇਸ਼ਨ ਦੀ ਜੇ ਪਹਿਲਾਂ ਗੱਲ ਕਰਾਂ, ਮੈਂ ਕੁਲਤਾਰ ਸਿੰਘ ਸੰਧਵਾ ਨਾਲ ਤੇ ਬੁਢਲਾਡੇ ਦੇ MLA ਪ੍ਰਿੰਸੀਪਲ ਬੁੱਧ ਰਾਮ ਨਾਲ ਬਿਲਕੁਲ ਸਹਿਮਤ ਹਾਂ। ਜਿਹੜੇ ਦੇਖਾ ਦੇਖੀ MLA ਬਿਨਾਂ ਸਹੁੰ ਚੁੱਕੀ ਛਾਪੇ ਮਾਰੀ ਜਾਂਦੇ ਨੇ, ਉਹਨਾਂ ਨੂੰ ਚਾਹੀਦਾ ਤਾਂ ਇਹ ਹੈ ਕਿ ਉਹ ਕੌਣ ਕਹਿੰਦਾ ਕਿ ਤੁਸੀਂ ਨਿਗਾਹ ਨਾ ਰੱਖੋ, ਪਰ ਨਾਲ ਦੀ ਨਾਲ ਲੋਕ ਇਹ ਵੀ ਤਵੱਕੋ ਕਰਦੇ ਨੇ ਤੁਸੀਂ ਵੀ ਕੁਝ ਕਰੋ। ਮੰਨ ਲਓ ਤੁਸੀਂ ਕਿਸੇ ਹੈਲਥ ਸੈਂਟਰ ਤੇ ਜਾ ਕੇ ਛਾਪਾ ਮਾਰਿਆ, ਤੇ ਜੇ ਉਹ ਬੰਦੇ ਨੇ ਕਹਿਤਾ ਜੀ ਸਾਡੇ ਪੋਸਟਾਂ ਤਾਂ ਡਾਕਟਰ ਦੀਆਂ 4 ਨੇ ਤੇ ਡਾਕਟਰ ਇੱਥੇ 1 ਹੈ, ਜਾਂ ਕਿਸੇ ਪਿੰਡੂ ਡਿਸਪੈਂਸਰੀ ਜਿਹ ਚ ਕੈਸੀ 16,000 ਡਿਸਪੈਂਸਰੀਆਂ ਖੋਲਾਂਗੇ ਤੇ ਉੱਥੇ ਜੇ PN ਇਕੱਲਾ ਹੋਵੇ, ਡਾਕਟਰ ਲੰਗੇ ਡੰਗ ਆਉਂਦਾ ਹੋਵੇ, ਉੱਥੇ ਜੇ ਕਹਿਤਾ ਜੀ ਸਾਡੇ ਤਾਂ ਕੋਈ ਦਵਾਈ ਨਹੀਂ ਹੈ, ਤਾਂ ਤੁਹਾਡਾ ਫਰਜ਼ ਛਾਪੇ ਮਾਰਨ ਤੋਂ ਪਹਿਲਾਂ ਬੰਦੇ ਨੂੰ ਡਾਕਟਰਾਂ ਨੂੰ ਭਰਤੀ ਕਰਨਾ, ਮਾਸਟਰਾਂ ਨੂੰ ਭਰਤੀ ਕਰਨਾ, ਦਵਾਈਆਂ ਦੇਣਾ, ਇਨਫਰਾਸਟ੍ਰਕਚਰ ਦੇਣਾ। ਉਹ ਵੀ ਤਾਂ ਹੈ ਨਾ। ਤੁਸੀਂ ਆਪਦੀ ਡਿਊਟੀ ਪਹਿਲਾਂ ਪੂਰੀ ਕਰੋ। ਇਹੀ ਤਾਂ ਵੱਡੀ ਚੁਣੌਤੀ ਹੈ ਕਿ ਪੈਸਾ ਆਊ ਕਿੱਥੇ। ਮੈਂ ਇਹਨਾਂ ਦਿਨਾਂ 'ਚ ਬਹੁਤ ਲੋਕ ਸਵਾਲ ਕਰਦੇ ਨੇ ਕਿ ਜੀ ਕੀ ਹੈ ਇਹਨਾਂ ਨੂੰ ਚੁਣੌਤੀ। ਸੁਖਵਿੰਦਰ ਜੀ, ਚੁਣੌਤੀਆਂ ਇੰਨੀਆਂ ਜ਼ਿਆਦਾ ਨੇ, ਜਿਹਦੀ ਤਰਜੀਹ ਬਣਾਉਣੀ ਹੋਵੇ ਤਾਂ ਬਹੁਤ ਵੱਡੀ ਗੱਲ ਹੈ। ਮੈਂ ਤਾਂ ਪਹਿਲੇ ਦਿਨ ਤੋਂ ਕਹਿਣਾ, ਅੱਜ ਚੁਣੌਤੀ ਇਹ ਵੀ ਹੈ। ਜੇ ਪਹਿਲੀ ਮੀਟਿੰਗ ਹੈ, ਇਹਨਾਂ ਨੇ ਕਿਹਾ ਸੀ ਕਿ ਜੀ ਅਸੀਂ ਆਏ ਮਹੀਨੇ 1,000 ਦੇਵਾਂਗੇ ਔਰਤਾਂ ਨੂੰ 18 ਸਾਲ ਤੋਂ ਉੱਤੇ। 11,000 ਕਰੋੜ ਲਿਆਓ, ਤੁਸੀਂ ਦਿਓ। ਹੁਣ ਸ਼ੁਰੂ ਹੋ ਗਿਆ। ਮੰਨ ਲਓ 1 ਅਪ੍ਰੈਲ ਤੋਂ ਦੇਣ, ਨਾਲੇ ਵਿਸਾਖੀ ਦਾ ਮਹੀਨਾ ਆ ਰਿਹਾ, ਕਿੱਥੋਂ ਦਿਓਗੇ? ਇਹ ਚੁਣੌਤੀ ਨਹੀਂ ਹੈ। ਬੁਢਾਪਾ ਪੈਨਸ਼ਨ 4,600 ਕਰੋੜ ਕਿੱਥੋਂ ਦਿਓਗੇ? ਚੁਣੌਤੀ ਨਹੀਂ ਹੈ। 7,600 ਕਰੋੜ ਜਿਹੜਾ ਤੁਹਾਨੂੰ ਹੋਰ ਚਾਹੀਦਾ, ਕਿਉਂਕਿ 320 ਯੂਨਿਟ ਜਿਹੜੇ ਨੇ ਉਹ ਫ੍ਰੀ ਕਰਨ ਦਾ ਤੁਸੀਂ ਗੱਲ ਕੀਤੀ ਸੀ। ਤੋਂ ਚੁਣੌਤੀਆਂ ਸੱਚ ਵਿੱਚ ਬਹੁਤ ਵੱਡੀਆਂ ਨੇ। ਆਰਥਿਕ ਤੌਰ ਤੇ ਤਾਂ ਇੰਨੀਆਂ ਚੁਣੌਤੀਆਂ ਨੇ ਜਿਹਦੇ ਬਾਰੇ ਸੋਚ ਕੇ ਇਉਂ ਲੱਗਦਾ ਕਿ ਹਾਲ ਦੀ ਘੜੀ ਕੋਈ ਹੱਲ ਨਹੀਂ, ਉਲਝਣ 'ਚ ਫਸੀ ਹੋਈ ਹੈ ਸਰਕਾਰ। ਪਰ ਅਸੀਂ ਸਰਕਾਰ ਨੂੰ ਡਰਾਉਣਾ ਨਹੀਂ ਚਾਹੁੰਦੇ। ਸਾਨੂੰ ਲੱਗਦਾ ਕਿ ਅਰਵਿੰਦ ਕੇਜਰੀਵਾਲ ਦਿੱਲੀ 'ਚ ਸਰਕਾਰ ਚਲਾਈ ਹੈ, ਔਰ ਬੜੀ ਮੁਸ਼ਕਿਲ ਨਾਲ ਚਲਾਈ ਹੈ। ਉਦੋਂ ਚਲਾਈ ਹੈ ਜਦੋਂ ਸਾਹਮਣੇ LG ਵੀ ਇਹਨਾਂ ਨੂੰ ਖਰਾਬ ਕਰਦਾ ਸੀ। ਹੋ ਸਕਦਾ ਕਿ ਉਹਨਾਂ ਦੇ ਕੋਲ ਕੋਈ ਮਾਡਲ ਹੋਵੇ। ਗੱਲ ਤਾਂ ਇੱਕ ਚੁਣੌਤੀ ਹੋਰ ਬਹੁਤ ਵੱਡੀ ਹੈ, ਜਿਹਦੇ ਨਾਲ ਪੰਜਾਬ ਇਸੇ ਮਹੀਨੇ ਛੱਡੋ 21 ਮਾਰਚ ਤੱਕ ਬਹੁਤ ਕੁਝ ਪਤਾ ਲੱਗ ਜੂ ਪੰਜਾਬ ਨੂੰ ਕਿ ਸਰਕਾਰ ਕਿੱਥੋਂ ਚੱਲਦੀ ਹੈ, ਸਰਕਾਰ ਦੇ ਵਿੱਚ ਭਾਰੂ ਕੌਣ ਹੈ,
ਸਰਕਾਰ ਜਿਹੜੀ ਹੈ ਦਿੱਲੀ ਤੋਂ ਚੱਲਦੀ ਹੈ, ਚੰਡੀਗੜ੍ਹ ਤੋਂ ਚੱਲਦੀ ਹੈ। ਉਹ ਪਤਾ ਉਦੋਂ ਲੱਗੂਗਾ ਜਦੋਂ 5 ਸੀਟਾਂ ਜਿਹੜੀਆਂ ਰਾਜ ਸਭਾ ਦੀਆਂ ਉਹਦੇ ਲਈ ਡਿਕਲੇਅਰ ਕਰਨਾ ਹੋਵੇਗਾ। ਰਾਜ ਸਭਾ ਲਈ ਅਸੀਂ ਸਮਝਦੇ ਹਾਂ, ਬਹੁਤ ਵਾਰ ਮੈਂ ਗੱਲ ਕੀਤੀ ਹੈ ਕਿ ਪੰਜਾਬ ਦੀ ਪ੍ਰਤੀਨਿਧਤਾ, ਪੰਜਾਬ ਦੇ ਉਹ ਲੋਕ ਜਿਹੜੇ ਪੰਜਾਬ ਦੇ ਮਸਲਿਆਂ ਨੂੰ ਸਮਝਦੇ ਹੋਣ, ਪੰਜਾਬ ਦੀ ਸਾਈਕੀ ਨੂੰ ਸਮਝਦੇ ਹੋਣ, ਉਹ ਜਾ ਕੇ ਰਾਜ ਸਭਾ ਦੇ ਵਿੱਚ ਬੋਲ ਸਕਦੇ ਹੋਣ। ਇਹ ਨਹੀਂ ਕਿ ਜਿਵੇਂ ਸੁਨੀਲ ਜਾਖੜ ਨੇ ਕਿਹਾ ਹੈ, ਅੰਬਿਕਾ ਸੋਨੀ ਲੰਬੇ ਸਿਰ ਤੋਂ ਬੈਠੀ ਸੀ ਤੇ ਉਹਨਾਂ ਨੇ ਕੀਤਾ ਕਿ ਬਹੁਤ ਸਾਰੇ ਬੰਦੇ ਤਾਂ ਇੰਨੇ ਸੁੱਚੇ ਮੂੰਹ ਨਾਲ ਵਾਪਸ ਆ ਜਾਂਦੇ ਨੇ, ਸਿਰਫ ਉਹ ਪੈਸੇ ਲੈਂਦੇ ਨੇ ਔਰ ਕਰਦੇ ਕੁਛ ਨਹੀਂ। ਜਿਹੜਾ MP ਫੰਡ ਵੀ ਪਤਾ ਨਹੀਂ ਕਿੱਥੇ ਜਾਂਦਾ ਹੈ। ਇਹੋ ਜਿਹੇ ਬੰਦੇ ਨਾ ਹੋਣ, ਚੰਗੇ ਬੰਦੇ, ਔਰ ਉਹ ਵੀ ਪੰਜਾਬ ਦੇ, ਉਹ ਵੀ ਪੱਗਾਂ ਵਾਲੇ ਬੰਦੇ, ਕਿਉਂਕਿ ਪੰਜਾਬ ਦੀ ਸਾਈਕੀ, ਮੈਂ ਇਹ ਨਹੀਂ ਕਹਿੰਦਾ, ਮੈਂ ਬਿਲਕੁਲ ਯਕੀਨ ਨਹੀਂ ਰੱਖਦਾ, ਚੰਗੇ ਬੰਦੇ ਵੀ ਜਿਹੜੇ ਨੇ ਉਹ ਕਿਸੇ 'ਚ ਵੀ ਹੋ ਸਕਦੇ ਨੇ, ਪਰ ਕਿਉਂਕਿ ਪੰਜਾਬ ਦੇ ਵਿੱਚ ਇੱਕ ਭਾਵਨਾ ਜਾਣਾ ਚਾਹੀਦੀ ਹੈ ਕਿ ਜੇ ਅਕਾਲੀ ਜਿਹੜੇ ਖੇਤਰੀ ਪਾਰਟੀ ਆ ਉਹ ਨਹੀਂ ਗਈ, ਪਰ ਖੇਤਰੀ ਪਾਰਟੀ ਦੀ ਕਮੀ ਪੂਰੀ ਕਰਨ ਲਈ ਉੱਥੇ ਕੁਝ ਬੰਦੇ ਐਸੇ ਹੈਗੇ ਨੇ ਜਿਹੜੇ ਗੱਲ ਕਰਦੇ ਨੇ। ਜ਼ਰੂਰੀ ਨਹੀਂ ਹੁੰਦਾ, ਜ਼ਰੂਰੀ ਤਾਂ ਇਹ ਵੀ ਨਹੀਂ ਸੀ। ਚਟਾਲਿਆਂ ਨੇ ਸਰਦਾਰ ਤਰਲੋਚਨ ਸਿੰਘ ਨੂੰ ਭੇਜਿਆ ਸੀ ਤੇ ਤਰਲੋਚਨ ਸਿੰਘ ਉੱਥੇ ਪੰਜਾਬੀ ਅਤੇ ਸਿੱਖਾਂ ਦੀ ਗੱਲ ਕਰਦੇ ਰਹੇ। ਕੋਈ ਵੀ ਗੱਲ ਕਰ ਸਕਦਾ, ਪਰ ਉੱਥੇ ਜਾਣੇ ਬੰਦੇ ਚੰਗੇ ਚਾਹੀਦੇ ਨੇ। 21 ਮਾਰਚ ਤੱਕ ਭੇਜਣੇ ਨੇ ਨਾਮ, 31 ਮਾਰਚ ਤੱਕ ਜਿਹੜੇ ਹੈ ਰਾਜ ਸਭਾ ਦੀ ਚੋਣ ਹੋ ਜਾਣੀ ਹੈ। ਚੁਣੌਤੀ ਤਾਂ ਇਹ ਵੀ ਹੈ ਕਿ 18 ਸੀਟਾਂ ਨੇ ਕਾਂਗਰਸ ਵੱਲੋਂ, ਤੇ ਇਹਨਾਂ ਦੀ ਮਦਦ ਜਾਂ ਉਹਨਾਂ ਦੀ ਮਦਦ ਬਿਨਾਂ ਇਹਨਾਂ ਕੋਲ ਨਹੀਂ, ਜਾਂ ਇਹਨਾਂ ਦੀ ਮਦਦ ਬਿਨਾਂ ਕਾਂਗਰਸ ਨਹੀਂ, ਤੇ ਘੱਟੋ ਘੱਟ ਇੱਕ MLA ਜਿਹੜਾ ਆਜ਼ਾਦ ਹੈ, ਰਾਣਾ ਗੁਰਜੀਤ ਸਿੰਘ ਦਾ, ਉਹਨੂੰ ਮੁੰਡੇ ਨੂੰ ਜਿਹੜਾ ਹੈ ਉਹ ਲੈ ਕੇ ਜੇ ਆਉਂਦੇ ਨੇ ਤਾਂ ਇੱਕ ਸੀਟ ਹੋਰ ਵੀ ਆ ਸਕਦੀ ਹੈ। ਬਹੁਤ ਚੁਣੌਤੀਆਂ ਨੇ, ਉਹਦੇ 'ਚ ਦੇਖਦੇ ਆ ਕਿਸ ਤਰ੍ਹਾਂ ਨਿਪਟਦੇ ਨੇ। ਆਹ ਜਿਹੜੀ ਸਕੂਲ ਐਜੂਕੇਸ਼ਨ, ਯੂਨੀਵਰਸਿਟੀਆਂ ਦੇ ਚੁਣੌਤੀਆਂ ਕਿਹੜੇ ਘੱਟ ਨੇ। ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਜਦੋਂ ਐਜੀਟੇਸ਼ਨ ਚੱਲ ਰਹੀ ਸੀ, ਹਰਪਾਲ ਸਿੰਘ ਚੀਮਾ ਕਈ ਵਾਰੀ ਆਏ, ਖੁਦ ਭਗਵੰਤ ਮਾਨ ਆਏ, ਉਹਨਾਂ ਨੂੰ ਪਤਾ ਹੈ ਕਿ ਪੰਜਾਬੀ ਯੂਨੀਵਰਸਿਟੀ ਦਾ ਕੀ ਹਾਲ ਹੈ। ਤਾਂ ਐਡੀ ਕਿਉਂਕਿ ਚਰਨਜੀਤ ਚੰਨੀ ਤਾਂ ਪਹਿਲਾਂ ਵੀ ਤੁਹਾਨੂੰ ਬਹੁਤ ਵਾਰ ਦੱਸਿਆ ਕਿ ਝੂਠ ਬੋਲਣ 'ਚ ਮਾਹਰ ਸੀ, ਤੇ ਮੈਂ ਇੱਕ ਪ੍ਰੋਗਰਾਮ ਕੀਤਾ, ਉਹਦੇ 'ਚ ਮੈਂ ਕਿਹਾ ਕਿ ਆਜ਼ਾਦਵਾਦ ਜਿਹੜਾ ਹੈ ਉਹ ਪੰਜਾਬ 'ਚ ਉਹ ਇਸ ਤਰੀਕੇ ਨਾਲ ਕਾਕਾਇਜ਼ਮ ਨੇ ਆਜ਼ਾਦਿਜ਼ਮ ਨੂੰ ਅੱਗੇ ਲੈ ਕੇ ਜਿਹੜਾ ਹੈ ਆਇਆ। ਇਹ ਆਜ਼ਾਦਵਾਦ ਨੇ ਬਹੁਤ ਨੁਕਸਾਨ ਕੀਤਾ, ਉਹ ਆਪਾਂ ਦੇਖਿਆ। ਆਜ਼ਾਦਵਾਦ, ਜੱਟਵਾਦ, ਉਹ ਇਹੋ ਜਿਹਾ ਕੁਛ ਚੱਲਿਆ ਪਿਛਲੇ, ਜਿਹੜੇ ਡਾਕਟਰ ਸਵਰਾਜ ਤਾਂ ਕਹਿੰਦੇ ਇਹ ਤੁਹਾਨੂੰ ਥੋੜਾ ਜਿਹਾ, ਮੈਂ ਡਾਕਟਰ ਹਾਂ, ਕਹਿੰਦੇ ਮੈਨੂੰ ਪਤਾ ਇਹ ਉਦੋਂ ਸ਼ੁਰੂ ਹੋਇਆ ਜਦੋਂ ਗ੍ਰੀਨ ਰੈਵੋਲੂਸ਼ਨ ਤੋਂ ਬਾਅਦ ਕੰਮ ਕਰਨ, ਕਿਰਤ ਕਰਨਾ ਜਿਹੜਾ ਛੱਡਤਾ ਪੰਜਾਬੀਆਂ ਨੇ। ਜੋ ਵੀ ਕੁਝ ਹੋਵੇ, ਜਦੋਂ ਵੀ ਸ਼ੁਰੂ ਹੋਇਆ ਹੋਵੇ, ਇਹ ਤੂੰ ਧੜਾਕ ਦੀ ਬੋਲਬਾਣੀ 'ਚ ਜਿਹੜਾ ਹਉਮੈ ਦੀ ਰਾਜਨੀਤੀ ਨੇ ਜਿੰਨਾ ਨੁਕਸਾਨ ਪਹੁੰਚਾਇਆ, ਜਦੋਂ ਅਸੀਂ ਇਹਦੀ ਗੱਲ ਕਰਦੇ ਹਾਂ ਤੇ ਫਿਰ ਕਿਤੇ ਨਾ ਕਿਤੇ ਸਾਨੂੰ ਲੱਗਦਾ ਹੈ ਕਿ ਸਾਡੇ ਜਿਹੜਾ ਕਲਚਰ ਦੀਆਂ ਜਿਹੜੀਆਂ ਉਹ ਚੰਗੀਆਂ ਗੱਲਾਂ ਉਹ ਕਿੱਥੋਂ ਲੈ ਕੇ ਆਉਣੀਆਂ ਨੇ। ਉਹਦੇ ਲਈ ਅਸੀਂ ਕਹਿੰਦੇ ਆ, ਤੇ ਉਹ ਕਹਿੰਦੇ ਜੀ ਆਜ਼ਾਦਵਾਦ ਤਾਂ ਧਾਰ ਕੱਢਣਾ ਵੀ ਹੈ ਜਿਹੜੀ ਬੱਕਰੀ ਦੀ। ਮੈਂ ਕਿਹਾ ਨਹੀਂ, ਉਹ ਆਜ਼ਾਦਵਾਦ ਨਹੀਂ ਹੈ, ਉਹ ਡਰਾਮੇਬਾਜ਼ੀ ਹੈ। ਉਹ ਡਰਾਮੇ ਕਰਦਾ ਰਿਹਾ, ਝੂਠ ਬੋਲਣ 'ਚ ਮਾਹਰ ਸੀ ਚਰਨਜੀਤ ਚੰਨੀ। ਜੇ ਝੂਠ ਬੋਲਣ 'ਚ ਮਾਹਰ ਨਾ ਹੁੰਦਾ ਤਾਂ ਤੁਸੀਂ ਅਖਬਾਰਾਂ 'ਚ ਦੇਖਿਆ ਹੋਊਗਾ, ਪਿਛਲੇ ਦਿਨੀ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਨੂੰ ਬਾਹਰ ਆ ਕੇ 80 ਸਾਲ ਦੇ ਜਿਹੜੇ ਪੈਨਸ਼ਨਰ ਬਾਹਰ ਬੈਠੇ ਸੀ, ਉਹਨਾਂ ਸਾਹਮਣੇ ਆ ਕੇ ਇਹ ਨਾ ਕਹਿਣਾ ਪੈਂਦਾ ਮੈਥੋਂ ਗਲਤੀ ਹੋ ਗਈ। ਤਾਂ ਗਲਤੀ ਨਹੀਂ ਹੋਈ, ਗਲਤੀ ਤਾਂ ਇਹ ਹੋਈ ਕਿ ਪੈਸਾ ਨਹੀਂ ਹੈ ਯੂਨੀਵਰਸਿਟੀ ਕੋਲ। ਉਹਨਾਂ ਨੇ ਕਿਹੜਾ ਆਪਦੇ ਜੇਬ 'ਚੋਂ ਪੈਸੇ ਦੇਣੇ ਨੇ, ਗੱਲ ਤਾਂ ਪੈਨਸ਼ਨ ਦੇਣ ਦੀ ਤਾਂ ਹੋਏਗੀ। ਸੁਪਰੀਮ ਕੋਰਟ, ਹਾਈ ਕੋਰਟ ਕਹਿ ਦਈਏ ਕਿ 10 ਤਰੀਕ ਦਾ ਦਿਓ। ਜੇ ਯੂਨੀਵਰਸਿਟੀ ਕੋਲ ਬਜਟ ਹੀ ਜ਼ੀਰੋ ਹੋਊਗਾ, ਉਹ 10 ਤਰੀਕ ਤੱਕ ਕਿੱਥੋਂ ਅਥਾਰਟੀ ਲੈ ਕੇ ਆਊ। ਇਹਦਾ ਮਤਲਬ ਚੁਣੌਤੀਆਂ ਐਜੂਕੇਸ਼ਨ 'ਚ ਵੀ ਬਹੁਤ ਨੇ, ਹਸਪਤਾਲਾਂ 'ਚ ਵੀ ਬਹੁਤ ਨੇ, ਤੇ ਡਾਕਟਰ ਤੇ ਨਰਸਾਂ ਦੀ ਗਿਣਤੀ ਕਿੰਨੀ ਹੈ ਸਾਡੀ। ਇਹ ਭਗਵੰਤ ਮਾਨ ਇਹ ਕਹਿੰਦੇ ਨੇ ਕਿ ਅਸੀਂ ਬਹੁਤ ਹੈਲਥ ਸਿਸਟਮ ਸੁਧਾਰਾਂਗੇ, ਡਾਕਟਰ ਤਾਂ ਇੱਕ ਦਿਨ 'ਚ ਨਹੀਂ ਪੈਦਾ ਹੁੰਦੇ। ਸੋ ਇਸ ਕਰਕੇ ਮੈਂ ਸਮਝਦਾ ਕਿ ਅੱਜ ਜਿਹੜਾ ਸੁਨੇਹਾ ਦਿੱਤਾ ਭਗਵੰਤ ਮਾਨ ਨੇ ਸਹੁੰ ਚੁੱਕਣ ਤੋਂ ਬਾਅਦ ਵੀ ਅਸੀਂ ਕੰਮ ਕਰਾਂਗੇ, ਚੰਗੀ ਗੱਲ ਹੈ। ਪਹਿਲੇ ਦਿਨ ਹੀ ਕੰਮ ਕਰਨ ਦਾ ਆਪਦੇ ਸੈਕਟਰੀਏਟ ਜਾ ਕੇ ਸ਼ੁਰੂ ਕੀਤਾ, ਤੇ ਆਸ ਕਰੀਏ ਕਿ ਉਹਨਾਂ ਦੇ ਜਿਹੜੇ ਸੁਪਨੇ ਨੇ ਤੇ ਉਹ ਪੰਜਾਬੀਆਂ ਦੇ ਸੁਪਨੇ ਨੇ ਉਹ ਹਕੀਕਤ 'ਚ ਬਦਲਣ। ਇਹੀ ਆਸ ਕੀਤੀ ਜਾ ਸਕਦੀ ਹੈ।
ਇਹ ਸਭ ਗੱਲ ਕਾਂਗਰਸ ਦੀ ਕਰਦੇ ਆ ਕਿ ਸਿੱਧੂ ਸਾਹਿਬ ਨੇ ਸੀਮਤ ਸ਼ਬਦਾਂ ਦੇ ਵਿੱਚ ਆਪਣਾ ਅਸਤੀਫਾ ਦੇ ਦਿੱਤਾ। ਜੀ ਅਸਤੀਫਾ ਨਹੀਂ ਦਿੱਤਾ, ਇਹ ਥੋੜਾ ਫਰਕ ਹੁੰਦਾ ਹੈ। ਫਰਕ ਇਹ ਹੁੰਦਾ ਹੈ ਜਦੋਂ ਕੋਈ, ਹੁਣ ਤੁਸੀਂ ਇਹ ਕਹੋਗੇ ਕਿ ਉਹਨਾਂ ਨੇ ਅਸਤੀਫਾ ਦਿੱਤਾ, ਫਿਰ ਤਾਂ ਇਹ ਸੀ ਕਿ ਜਿਸ ਦਿਨ ਕਾਂਗਰਸ ਹਾਰੀ ਸੀ ਪੰਜਾਬ 'ਚ, ਉਸ ਦਿਨ ਜੇ ਇਹਨਾਂ ਨੇ ਐਡੇ ਸੀਮਤ ਸ਼ਬਦਾਂ 'ਚ ਇਦੋਂ ਵੀ ਸਿਰਫ ਰਿਜ਼ਾਈਨ ਵੀ ਲਿਖਿਆ ਹੁੰਦਾ ਤਾਂ ਵੀ ਮੰਨ ਲੈਂਦੇ। ਇਹ ਤਾਂ ਉਸ ਤੋਂ ਬਾਅਦ ਦਿੱਤਾ ਜਦੋਂ ਸੋਨੀਆ ਗਾਂਧੀ ਨੇ ਕਿਹਾ ਕਿ ਸਾਰੇ ਪ੍ਰਧਾਨ ਛੱਡੋ, ਤੇ ਫਿਰ ਦਿੱਤਾ। ਇਹ ਅਸਤੀਫਾ ਉਦੋਂ ਦਿੱਤਾ ਹੁੰਦਾ ਜਦੋਂ ਸੁਖਜਿੰਦਰ ਰੰਧਾਵਾ ਨੇ ਕਿਹਾ ਸੀ ਕਿ 44 ਠੋਕ ਨੇ ਸਾਨੂੰ ਠੋਕ ਕੇ ਰੱਖਤਾ, 44 ਠੋਕਾਂ ਨੇ ਕਾਂਗਰਸ ਨੂੰ ਠੋਕਤਾ ਤੇ ਹਾਲੇ ਵੀ ਚੁਪਕਿਆ ਬੈਠਾ ਹੈ। ਉਦੋਂ ਅਸਤੀਫਾ ਦਿੱਤਾ ਹੁੰਦਾ ਤਾਂ ਆਪਾਂ ਮੰਨ ਲੈਂਦੇ ਕਿ ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਦਿੱਤਾ। ਨਹੀਂ, ਅਸਤੀਫਾ ਦਿੱਤਾ ਨਹੀਂ, ਅਸਤੀਫਾ ਲਿਆ ਗਿਆ। ਵੈਸੇ ਤਾਂ ਇਹ ਕਾਂਗਰਸ ਠੋਕਣ ਵਾਲੀ ਗੱਲ ਜਿਹੜੀ ਕੋਈ ਮਰਜ਼ੀ ਕਹੀ ਚੱਲੇ, ਮੈਂ ਤਾਂ ਉਦੋਂ ਵੀ ਕਹੀ ਸੀ ਕਿ ਜਿਸ ਦਿਨ ਸਹੁੰ ਚੁੱਕੀ ਕਹਿ ਲਓ ਜਾਂ ਉਹਦਾ ਸੰਭਾਲਿਆ ਸੀ, ਉਸ ਦਿਨ ਤੋਂ ਹੀ ਕਾਂਗਰਸ ਦਾ, ਜਿਸ ਦਿਨ ਨਵਜੋਤ ਸਿੰਘ ਸਿੱਧੂ ਨੇ ਉਹਦਾ ਸੰਭਾਲਿਆ ਕਾਂਗਰਸ ਦੇ ਪ੍ਰਧਾਨ ਦਾ, ਉਸ ਦਿਨ ਤੋਂ ਇਹਦਾ ਜਿਹੜਾ ਹੈ ਨਿਵਾਨ ਵੱਲ ਜਾਣਾ ਸ਼ੁਰੂ ਹੋ ਗਿਆ ਸੀ। ਜਿਸ ਤਰੀਕੇ ਨਾਲ ਉਹਨੇ ਕੈਪਟਨ ਅਮਰਿੰਦਰ ਸਿੰਘ, ਜੋ ਮਰਜ਼ੀ ਵਿਚਾਰਧਾਰਾ ਹੋਵੇ, ਉਮਰ ਦੇ ਹਿਸਾਬ ਨਾਲ ਇਹ ਦੇਖਣਾ ਹੁੰਦਾ ਕੈਪਟਨ ਕਦੋਂ ਚਾਹੁੰਦਾ ਸੀ ਨਵਜੋਤ ਸਿੰਘ ਸਿੱਧੂ ਨੂੰ, ਲੇਕਿਨ ਉਸ ਦਿਨ ਦਾ ਭਾਸ਼ਣ ਕੈਪਟਨ ਅਮਰਿੰਦਰ ਸਿੰਘ ਦਾ ਇਹ ਸੀ ਕਿ ਜੀ ਇਹ ਬੱਚਾ ਹੁੰਦਾ ਸੀ, ਸਾਡੇ ਇਹਦੇ ਪਿਤਾ ਜੀ ਨਾਲ ਬਹੁਤ ਚੰਗੇ ਸੰਬੰਧ ਸੀ, ਉਹਨੇ ਬੜੇ ਵਧੀਆ ਸ਼ਬਦਾਂ 'ਚ ਗੱਲ ਕੀਤੀ। ਪਰ ਦੂਜੇ ਪਾਸੇ ਜਿਵੇਂ ਇਹਨੇ ਇਗਨੋਰ ਕੀਤਾ ਜਾ ਕੇ ਭੱਠਲ ਦੇ ਪੈਰੀ ਹੱਥ ਲਾਏ ਔਰ ਸਿਰਫ ਉਹਨੂੰ ਜਲੀਲ ਕਰਨ ਲਈ, ਫਿਰ ਜਿਵੇਂ ਉੱਚੀ ਇੰਨਾ ਕਿੱਲ ਕੇ ਬੋਲਣ ਦੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਹ ਕਿਸ ਕਿਸਮ ਦਾ ਰੇਟਰ ਹੈ। ਕਹਿੰਦੇ ਬਹੁਤ ਵਧੀਆ ਬੁਲਾਰਾ ਹੈ, ਤੇ ਜਿਵੇਂ ਨਵਜੋਤ ਸਿੰਘ ਸਿੱਧੂ ਉਦੋਂ ਬੋਲਿਆ ਸੀ ਤੇ ਉਹ ਗੱਲ ਕੋਈ ਲੋਕਾਂ ਨੂੰ ਜਚੀ ਨਹੀਂ। ਹਰ ਜਿਹੜਾ ਸਿਆਣਾ ਤੇ ਗੰਭੀਰ ਬੰਦੇ ਨੇ ਇਹਦਾ ਨੋਟਸ ਲਿਆ ਸੀ, ਤੇ ਜਿਹੜੀ ਤੂੰ ਤੜਾਕ ਜਿਹੜੀ ਮੈਂ ਗੱਲ ਕੀਤੀ ਆ ਜੱਟਬਾਦ ਦੀ, ਉਹ ਇਸ ਤਰ੍ਹਾਂ ਦੀਆਂ ਗੱਲਾਂ ਨੇ। ਜੇ ਪੁੱਛਿਆ ਜਾਵੇ, ਜਦੋਂ ਉਹਨੂੰ ਪੁੱਛਿਆ ਵੀ ਤੂੰ ਹਰ ਇੱਕ ਨੂੰ ਤੂੰ ਕਹਿਣਾ, ਕਿਉਂਕਿ ਪੱਤਰਕਾਰ ਨੂੰ ਤੂੰ ਕਿਹਾ ਸੀ, ਕਹਿੰਦੇ ਤੁਸੀਂ ਤੂੰ ਕਹਿਣਾ, ਕਹਿੰਦਾ ਨਹੀਂ ਅਸੀਂ ਜੱਟ ਹੁੰਦੇ ਆ। ਉਹ ਭਾਈ, ਇਹ ਜੱਟ ਹੋਣਾ, ਤੂੰ ਤੜਾਕ ਦਾ ਲਾਇਸੈਂਸ ਮਿਲ ਗਿਆ ਕਿਸੇ ਨੂੰ? ਜਿਹੜੇ ਜੱਟ ਨੂੰ ਸਰੀਕਾ ਨਹੀਂ ਹੁੰਦਾ। ਜੱਟ ਤਾਂ ਉਸ ਤਰ੍ਹਾਂ ਦੇ ਵੀ ਨੇ। ਅੱਜ ਸਰਦਾਰ ਕਪੂਰ ਸਿੰਘ ਵਰਗੇ ਉਹਨਾਂ ਦੇ ਭਾਸ਼ਣ ਹੁਣ ਤੱਕ ਯਾਦ ਕਰਦੇ ਆ, ਜਿਹੜਾ 1966 'ਚ ਦਿੱਤਾ ਸੀ ਰੀਆਰਗੇਨਾਈਜੇਸ਼ਨ ਤੇ। ਔਰ ਪੰਡਿਤ ਨਹਿਰੂ ਜਦੋਂ ਹਿੰਦੁਸਤਾਨ ਚੀਨ ਤੋਂ ਹਾਰਿਆ, ਉਹ ਭਾਸ਼ਣ ਨੂੰ ਹੁਣ ਤੱਕ ਲੋਕ ਕੋਟ ਕਰਦੇ ਨੇ। ਉਹ ਵੀ ਤਾਂ ਪੰਜਾਬ 'ਚ ਗਿਆ ਸੀ। ਆਪਾਂ ਕਹਿੰਦੇ ਬਹੁਤ ਵਧੀਆ, ਕਿੰਨੇ ਕੁ ਭਾਸ਼ਣ ਇਹਨਾਂ ਦੇ ਇੱਥੇ ਲੋਕ ਸਭਾ 'ਚ ਜਿਹੜੇ ਯਾਦਗਾਰੀ ਨੇ। ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਜਿਹੜੇ ਲੋਕ ਹੁਣ ਸਮਝਦੇ ਨੇ। ਤੋਂ ਅਸਤੀਫਾ ਦਿੱਤਾ ਨਹੀਂ ਗਿਆ, ਅਸਤੀਫਾ ਲਿਆ ਗਿਆ। ਔਰ ਅਸਤੀਫਾ ਲਿਆ ਜਿਹਨੇ ਹੈ, ਉਹਦੇ ਬੱਚਿਆਂ ਨੇ ਇਹਨੂੰ ਬਣਾਇਆ ਸੀ। ਅਸਲ ਪ੍ਰਿਯੰਕਾ ਗਾਂਧੀ ਨੇ ਆਪ ਹੀ ਕਹਿ ਰਿਹਾ। ਤੇ ਜਦੋਂ ਇਹ ਕਿਹਾ ਜਾਂਦਾ ਕਿ ਰਾਹੁਲ ਗਾਂਧੀ ਹੀ ਇਕੱਲਾ ਸ਼ਖਸ ਹੈ ਹਿੰਦੁਸਤਾਨ ਦੇ ਵਿੱਚ ਜਿਹੜਾ ਮੋਦੀ ਸਾਹਿਬ ਦਾ ਮੁਕਾਬਲਾ ਕਰ ਸਕਦਾ, ਹੁਣ ਉਹਦੇ 'ਚ ਹੱਸਣ ਤੋਂ ਬਿਨਾਂ ਇਹ ਚੁਟਕਲਾ ਨਾ ਸਮਝੀਏ ਤਾਂ ਹੋਰ ਕੀ ਸਮਝੀਏ। ਉਹਨੂੰ ਨਵਜੋਤ ਸਿੰਘ ਸਿੱਧੂ ਸਾਹਿਬ ਜਦੋਂ ਸੋਨੀਆ ਗਾਂਧੀ ਦੇ ਪੈਰੀ ਹੱਥ ਲਾਉਣ ਤੋਂ ਪਹਿਲਾਂ ਇਹ ਕਹਿੰਦੇ ਸੁਣੇ ਗਏ ਸੀ ਉਸ ਭਾਸ਼ਣ ਦੇ ਵਿੱਚ ਕਿ ਜੀ ਮੇਰਾ ਸੁਪਨਾ ਤਾਂ ਰਾਹੁਲ ਬਾਈ ਨੂੰ 15 ਅਗਸਤ ਤੇ ਲਾਲ ਕਿਲੇ ਤੇ ਝੰਡਾ ਚੜਾਉਣਾ ਦੇਖਣਾ। ਹੱਦ ਹੁੰਦੀ ਹੈ ਯਾਰ। ਉਸ ਤਰ੍ਹਾਂ ਦੀ ਗੱਲ ਇਹਨੇ ਕੀਤੀ ਹੈ। ਅਸਤੀਫਾ ਦਿੱਤਾ ਨਹੀਂ, ਅਸਤੀਫਾ ਲਿਆ ਗਿਆ। ਸਿੱਧੂ ਦਾ ਫਿਰ ਸਿਆਸੀ ਭਵਿੱਖ ਕਿਸ ਤਰ੍ਹਾਂ ਦੇਖਿਆ ਜਾਏ ਇਸ ਤੋਂ ਬਾਅਦ? ਸਿਆਸੀ ਭਵਿੱਖ ਸਿੱਧੂ ਸਾਹਿਬ ਦਾ ਹੁਣ ਤੁਹਾਡੇ ਸਾਹਮਣੇ ਹੈ। ਕਾਂਗਰਸ ਪਾਰਟੀ ਦਾ ਹਾਲ ਦੇਖ ਹੀ ਲਿਆ ਤੁਸੀਂ। ਕਾਂਗਰਸ ਪਾਰਟੀ ਦੇ ਹਾਰਨ ਤੋਂ ਬਾਅਦ ਇੱਕੋ ਹੀ ਬੰਦਾ ਹੈ ਹੁਣ ਤੱਕ ਜਿਹੜਾ ਮੰਥਨ ਚੱਲ ਰਿਹਾ, ਅੱਜ ਵੀ ਮੰਥਨ ਹੋਇਆ ਉਹਨਾਂ ਦਾ, ਇੱਕ ਬੰਦਾ ਜਿਹੜਾ ਕਹਿ ਰਿਹਾ ਕਿ ਜੇ ਨਵਜੋਤ ਸਿੰਘ ਸਿੱਧੂ ਹੁੰਦਾ ਤਾਂ ਸ਼ਾਇਦ 50 ਸੀਟਾਂ ਆ ਜਾਂਦੀਆਂ, ਤੇ ਅਦਰਵਾਈਜ਼ ਉਹ ਵੀ ਬੰਦਾ ਗੁਰਪ੍ਰੀਤ ਸਿੰਘ ਜੀਪੀ ਹੈ ਜਿਹਨੇ ਕਿਹਾ, ਜਿਹੜਾ ਚੰਨੀ ਦੇ ਖਿਲਾਫ ਹੈ ਕਿਉਂਕਿ ਚੰਨੀ ਨੇ ਆਪਦੇ ਭਰਾ ਦੀ ਮਦਦ ਕੀਤੀ ਆ ਉਹਦੇ ਮੁਤਾਬਕ ਬੱਸੀ ਪਠਾਨਾਂ ਤੋਂ। ਅਦਰਵਾਈਜ਼ ਸਾਰੇ ਬੰਦੇ ਕਹਿ ਰਹੇ ਨੇ ਕਿ ਇਹ ਬਲਵੀਰ ਸਿੰਘ ਸਿੱਧੂ ਨੇ ਤਾਂ ਸਿੱਧਾ ਹੀ ਕਹਿਤਾ ਕਿ ਬਾਹਰੋਂ ਆਇਆ, ਇਹਨੂੰ ਤਾਂ ਪਤਾ ਹੀ ਨਹੀਂ, ਇਹ ਤਾਂ ਉਸੇ ਦਿਨ ਹੀ ਕੰਮ ਖਰਾਬ ਹੋ ਗਿਆ।
ਜਦੋਂ ਸੁਨੀਲ ਜਾਖੜ ਵਰਗੇ ਬੰਦੇ ਨੂੰ ਹਟਾ ਕੇ ਨਵੇਂ ਆਏ ਬੰਦੇ ਨੂੰ ਪ੍ਰਧਾਨ ਬਣਾਤਾ। ਇਹਨੂੰ ਤਾਂ ਪੰਜਾਬ ਕਾਂਗਰਸ ਦਾ ਕਲਚਰ ਦਾ ਹੀ ਨਹੀਂ ਪਤਾ। ਤੇ ਹੁਣ ਕਾਂਗਰਸ ਦੇ ਕਲਚਰ ਦਾ ਪਤਾ ਜਾਂ ਨਹੀਂ ਪਤਾ, ਹੁਣ ਨਵਜੋਤ ਸਿੰਘ ਸਿੱਧੂ ਦੀ ਪ੍ਰੋਬਲਮ ਤਾਂ ਇਹ ਹੋਊਗੀ ਕਿ ਹੁਣ ਉਹ ਕਪਲ ਸ਼ੋਅ 'ਚ ਵੀ ਨਹੀਂ ਜਾ ਸਕਦਾ, ਕਿਉਂਕਿ ਜਿਸ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਦੇ ਨਾਲ ਉਹਦੇ ਸੰਬੰਧ ਬਣ ਗਏ। ਤੇ ਕਪਲ ਸ਼ੋਅ ਕਿਉਂ ਕੋਈ ਜਿਹੜਾ ਹੈ ਚੈਨਲ ਇਸ ਨੂੰ ਮੋਰ ਓਵਰ ਅਰਚਨਾ ਪੂਰਨ ਸਿੰਘ ਬਹੁਤ ਵਧੀਆ ਤਰੀਕੇ ਨਾਲ ਚਲਾ ਰਹੀ ਹੈ। ਤੇ ਦੂਜੇ ਪਾਸੇ ਸਿਆਸਤ ਦੇ ਵਿੱਚ ਆਮ ਆਦਮੀ ਪਾਰਟੀ ਕੋਈ ਮੌਕਾ ਸੀ, ਉਹ ਮੌਕਾ ਵੀ ਗਵਾ ਲਿਆ। ਕੋਈ ਵੀ ਸਿਆਸੀ ਪਾਰਟੀ ਇਸ ਤਰ੍ਹਾਂ ਦੇ ਬੰਦੇ ਨੂੰ, ਮੈਂ ਨਹੀਂ ਕਹਿੰਦਾ ਕੈਪਟਨ ਅਮਰਿੰਦਰ ਸਿੰਘ ਨੇ ਜਿਵੇਂ ਕੱਲ ਕਿਹਾ ਕਿ ਜੀ ਕਾਂਗਰਸ ਦੀ ਹਾਰ ਦਾ ਕਾਰਨ ਇਹ ਅਨਸਟੇਬਲ ਬੰਦਾ ਤੇ ਜਾਂ ਗਾਂਧੀ ਪਰਿਵਾਰ ਹੈ। ਉਹ ਗਾਂਧੀ ਬਾਰੇ ਤਾਂ ਸਾਰੇ ਕਹੀ ਜਾਂਦੇ ਨੇ। ਕਪਲ ਸਿੱਬਲ ਦੀ ਗੱਲ ਨਹੀਂ ਅੱਜ ਸੁਣੀ ਤੁਸੀਂ? ਕਪਲ ਸਿੱਬਲ ਕਹਿੰਦਾ ਇਹ ਘਰ ਦੀ ਕਾਂਗਰਸ ਹੈ, ਅਸੀਂ ਸਭ ਦੀ ਕਾਂਗਰਸ ਬਣਾਉਣਾ ਚਾਹੁੰਦੇ ਹਾਂ। ਤਾਂ ਹੁਣ ਇਹ ਗੱਲ ਤਾਂ ਇਹ ਹੈ ਵੀ ਜੇ ਲੋਕਾਂ ਚੋਂ ਆਇਆ ਹੁੰਦਾ ਫਿਰ ਸੀ, ਫਿਰ ਇਹ ਜਿਹੜੀ ਉੱਥੋਂ ਦੀ ਹਾਰ ਹੈ, ਜਿਹੜੀ ਆਪਦੇ MLA-ਸ਼ਿਪ ਤੋਂ ਅੰਮ੍ਰਿਤਸਰ ਤੋਂ ਜਿਹੜਾ ਹਾਰਿਆ, ਉਹ ਬਹੁਤ ਵੱਡੀ ਚੋਟ ਹੈ ਵੀ ਲੱਗਦਾ ਹੈ। ਤੇ ਹਾਰਿਆ ਵੀ ਇੱਕ ਨਵੇਂ ਕੁੜੀ ਤੋਂ, ਜਿਹੜੀ ਜੀਵਨ ਜੋਤ ਤੋਂ। ਇਹ ਸਾਰੀਆਂ ਗੱਲਾਂ ਹਾਲ ਦੀ ਘੜੀ ਤਾਂ ਭਵਿੱਖ ਆਪ ਹੀ ਦੱਸਦਾ ਸੀ ਨਵਜੋਤ ਕੌਰ ਸਿੱਧੂ ਨੇ ਕਿ ਅਸੀਂ ਫਿਰ ਪੁਰਾਣੇ ਕੰਮ ਕਰਾਂਗੇ, ਕਮੇਟਰੀ ਬੋਲਾਂਗੇ ਜਾਂ ਕੁਝ ਕਰਾਂਗੇ, ਉਸ ਪਾਸੇ ਨਾ ਚਲਾ ਜਾਵੇ। ਜੀ ਅੱਛਾ, ਜਿੱਥੋਂ ਤੱਕ ਗੱਲ ਅਕਾਲੀ ਦਲ ਦੀ ਹੈ, ਇੱਕ ਪਾਸੇ ਤਾਂ ਸਰੂਪ ਚੰਦ ਸਿੰਗਲਾ ਜਿਹੜੇ ਕਾਫੀ ਇਮਾਨਦਾਰ ਕਹਿੰਦੇ ਬਠਿੰਡਾ ਤੋਂ ਇਹਨਾਂ ਦੇ ਨਾਲ ਰਹੇ ਹਰਸਿਮਰਤ ਕੌਰ ਬਾਦਲ ਦੀ ਕੰਪੇਨ ਵਿੱਚ, ਬਾਦਲ ਪਰਿਵਾਰ ਦੀ ਏਦਾਂ ਕਹਿ ਲਓ ਕਿ ਹਰ ਕੰਪੇਨ ਵਿੱਚ ਸ਼ਾਮਲ ਹੁੰਦੇ ਸੀ, ਐਤਕੀ ਹਾਰ ਗਏ ਤੇ ਹੁਣ ਉਹਨਾਂ ਨੇ ਵੀ ਅਸਤੀਫਾ ਦੇ ਦਿੱਤਾ। ਤੇ ਉਧਰਲੇ ਪਾਸੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਮੈਨੇਜਮੈਂਟ ਕਮੇਟੀ ਹੈ ਉੱਥੋਂ ਦੀ, ਉਹ ਵੀ ਕਹਿੰਦੇ ਸਾਰੀ ਦੀ ਸਾਰੀ ਕਿਸੇ ਹੋਰ ਦੇ ਪੱਖ ਵਿੱਚ ਭੁਗਤਦੀ ਜਿਹੜੀ ਨਜ਼ਰ ਆ ਰਹੀ ਹੈ। ਨਵੀਂ ਪਾਰਟੀ ਬਣਾ ਰਹੇ ਨੇ ਬਾਦਲਾਂ ਨੂੰ ਛੱਡ ਕੇ, ਇੱਕਾ ਦੁੱਕਾ ਕੋਈ ਹੋਣਗੇ ਜਿਹੜੇ ਰਹਿ ਜਾਣਗੇ ਇਹਨਾਂ ਨਾਲ। ਨਹੀਂ, ਜਿਹੜੀ ਗੱਲ ਤਾਂ ਸਿੰਗਲਾ ਸਾਹਿਬ ਦੀ ਹੈ, ਉਹ ਤਾਂ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਖੂਨ ਨੇ ਵਾਲਾ ਖਾਧਾ ਤੇ ਉਹਨਾਂ ਨੂੰ ਯਾਦ ਆਇਆ ਕਿ ਤਾਂ ਮੇਰਾ ਭਤੀਜਾ ਹੈ। ਇੱਕ ਵਾਰੀ ਤਾਂ ਮੈਂ ਇਹਨੂੰ ਆਪਦੇ ਸੀਟ ਛੱਡ ਕੇ ਗਿੱਦੜਬਾਹੇ ਤੋਂ ਜਿਤਾਇਆ ਸੀ। ਤੋਂ ਮਨਪ੍ਰੀਤ ਬਾਦਲ ਦੇ ਜਦੋਂ ਹੱਕ 'ਚ ਬੋਲੇ ਤੇ ਉਸ ਵੇਲੇ ਉਹਨੂੰ ਕਹਿਣਾ ਪਿਆ, ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਹਾਂ, ਕਿਹਦਾ? ਤੇ ਐਡੂ ਵੱਡਾ ਸਿੱਧਾ ਵਿਅੰਗ, ਸਿੱਧੀ ਚੋਟ ਹੋਰ ਕੋਈ ਨਹੀਂ ਕਰ ਸਕਦਾ ਸੀ ਜਦੋਂ ਇਲੈਕਸ਼ਨ ਦੇ ਦਰਮਿਆਨ ਸੁਖਬੀਰ ਸਿੰਘ ਬਾਦਲ ਨੂੰ ਉਹਨੇ ਕਿਹਾ ਸੀ। ਤੋਂ ਵੈਸੇ ਤਾਂ ਇਹ ਸਿਆਸਤ ਹੈ, ਇਹ ਸਿਆਸਤ 'ਚ ਸਭ ਕਈ ਸਿੱਖਣੇ ਚਾਹੀਦੇ ਨੇ। 15 ਜਿਹੜੀ ਬੀਤੇ ਕੱਲ ਜਿਸ ਤਰੀਕੇ ਨਾਲ ਉੱਥੇ ਇੱਕ ਵਿਕਟਰੀ ਪ੍ਰੋਸੈਸ਼ਨ ਹੋਇਆ, ਵਿਕਟਰੀ ਕਿਹਦੀ? ਲੋਕਾਂ ਦੀ। ਤੇ ਉੱਥੇ ਵਿਕਟਰੀ ਪ੍ਰੋਸੈਸ਼ਨ ਨਹੀਂ ਸੀ, ਉਹ ਹਾਰ ਦੀ ਖੁਸ਼ੀ ਦਾ ਪ੍ਰੋਸੈਸ਼ਨ ਸੀ, ਮਨਪ੍ਰੀਤ ਸਿੰਘ ਬਾਦਲ ਦੀ ਹਾਰ ਦੇ। ਤੇ ਕੀਤਾ ਕੱਢਿਆ ਕਿਹਨੇ ਸੀ? ਪੰਜਾਬ ਦੇ ਮੁਲਾਜ਼ਮਾਂ ਨੇ, ਕਿ ਇਸ ਬੰਦੇ ਨੇ ਸਾਨੂੰ ਲਗਾਤਾਰ ਧੋਖਾ ਦਿੱਤਾ। ਧੋਖਾ ਤਾਂ ਦਿੱਤਾ ਜੀ ਸੁਖਵਿੰਦਰ ਜੀ। ਧੋਖਾ ਤਾਂ ਉਦੋਂ ਵੀ ਹੋਇਆ ਨਾ ਜਦੋਂ ਕੈਪਟਨ ਸਾਹਿਬ ਸੌਹਾਂ ਖਾਂਦੇ ਸੀ। ਉਸ ਵੇਲੇ ਇਹ ਵਿੱਤ ਮੰਤਰੀ ਜੀ ਨੇ ਕਿਤੇ ਇੱਕ ਵਾਰੀ ਨਹੀਂ ਕਿਹਾ ਕਿ ਪੰਜਾਬ ਕੋਲ ਪੈਸਾ ਨਹੀਂ, ਤੇ 4.5 ਸਾਲ ਕਹਿੰਦੇ ਰਹੇ ਪੰਜਾਬ ਕੋਲ ਪੈਸਾ ਨਹੀਂ। ਇਹ ਤਾਂ ਇਹ ਸ਼ੇਰੋ ਸ਼ਾਇਰੀ ਕਰਦੇ ਰਹੇ। ਤੇ ਤਾਂ ਹੀ ਤਾਂ ਸੁਖਜਿੰਦਰ ਰੰਧਾਵਾ ਨੇ ਸਿੱਧੇ ਤੌਰ ਤੇ ਇਹਦੇ ਤੇ ਔਰ ਦੂਸਰੇ ਸਿੱਧੂ ਤੇ ਅਟੈਕ ਕੀਤਾ ਸੀ ਕਿ ਜਿਹੜੇ ਸ਼ੇਰ ਸ਼ਾਇਰ ਬੋਲਦੇ ਨੇ ਇਹਨਾਂ ਤੋਂ ਬਚਣਾ ਚਾਹੀਦਾ, ਬੜੇ ਖਤਰਨਾਕ ਹੁੰਦੇ ਨੇ। ਤੋਂ ਮਨਪ੍ਰੀਤ ਸਿੰਘ ਬਾਦਲ ਉਦੋਂ ਚਿਮਨੀਆਂ ਦੇ ਧੂਏ ਦੀ ਗੱਲ ਕਰਦੇ ਸੀ, ਥਰਮਲ ਪਲਾਂਟ ਦਾ। ਤੋਂ ਉਹ ਜਿਹੜਾ ਉਹਦੀ ਹਾਰ ਤੇ ਲੋਕਾਂ ਨੇ ਜਸ਼ਨ ਮਨਾਇਆ ਨਾ, ਇਹ ਸਾਰੇ ਸਿਆਸੀ ਬੰਦਿਆਂ ਨੂੰ ਇੱਕ ਸਬਕ ਸਿੱਖਣਾ ਚਾਹੀਦਾ। ਜੇ ਤੁਸੀਂ ਲੋਕਾਂ ਦੀ ਗੱਲ ਨਹੀਂ ਨਾ ਕਰੋਗੇ ਤੇ ਫਿਰ ਆਹ ਹੋਏਗਾ। ਵਿਜੇਂਦਰ ਸਿੰਗਲਾ ਨਾਲ ਵੀ ਇਹ ਹੋਇਆ, ਇੱਕ ਨਵੀਂ ਕੁੜੀ ਨੇ ਹਰਾ ਕੇ ਰੱਖਤਾ। ਤੋਂ ਇਹ ਸਾਰਾ ਕੁਛ ਹੈ, ਜਦੋਂ ਤੁਸੀਂ ਮੀਡੀਆ 'ਚ ਕਹਿੰਦੇ ਮਾਰੋ ਡਾਂਗਾ ਇਹਨਾਂ ਤੇ ਲੋਕ ਸੁਣ ਲੈਂਦੇ ਨੇ ਤੇ ਫਿਰ ਲੋਕ ਉਦੋਂ ਚੁੱਪ ਰਹਿੰਦੇ ਨੇ। ਪਰ ਇੱਥੇ ਤਾਂ ਚੁੱਪ ਵੀ ਨਹੀਂ, ਇੱਥੇ ਤਾਂ ਬੇਰੁਜ਼ਗਾਰ ਅਧਿਆਪਕ ਹਰ ਰੋਜ਼ ਕਹਿੰਦੇ ਸੀ ਆਉਣ ਤੋਂ ਮੌਕਾ ਤੁਹਾਨੂੰ ਦੱਸਾਂਗੇ ਅਸੀਂ। ਤੋਂ ਇਹ ਸਾਰਾ ਕੁਛ ਜਿਹੜਾ ਹੋਇਆ ਨਾ, ਇਹਨੂੰ ਇਸ ਤਰ੍ਹਾਂ ਨਹੀਂ ਕਿ ਇਕੱਲੇ, ਮੈਂ ਤਾਂ ਹੀ ਕਹਿੰਦਾ ਆਮ ਆਦਮੀ ਪਾਰਟੀ ਜਿੱਤੀ ਹੈ, ਇਹ ਤੇ ਵੀ ਇੱਕ ਸਵਾਲ ਹੈ ਕਿ ਅਕਾਲੀ ਤੇ ਕਾਂਗਰਸੀ ਹਾਰੇ ਨੇ, ਇਹ ਦੇਖਣ ਵਾਲੀ ਗੱਲ ਹੈ। ਜਿਵੇਂ ਤੁਸੀਂ ਕਹਿ ਰਹੇ ਕਿ ਨਵਜੋਤ ਸਿੰਘ ਸਿੱਧੂ ਜਿਹੜਾ ਹੈ ਉਹਨੇ ਅਸਤੀਫਾ ਦਿੱਤਾ ਗਿਆ ਜਾਂ ਮੰਗਿਆ ਗਿਆ, ਬਿਲਕੁਲ ਉਵੇਂ ਦੇਖਣਾ ਪਏਗਾ। ਆਪ ਜਿੱਤੀ ਜਾਂ ਕਾਂਗਰਸ ਹਾਰੀ? ਕਾਂਗਰਸ ਹਾਰੀ ਹੈ। ਬਦਲ ਤਾਂ ਲੱਭਿਆ ਨਾ, ਅੱਕੇ ਹੋਏ ਸੀ ਲੋਕ, ਅੱਕੇ ਹੋਏ ਲੋਕਾਂ ਨੇ ਫਿਰ ਦੇਖ ਲਿਆ। ਤੇ ਉਹ ਅੱਕੇ ਤਾਂ ਇੰਨੇ ਹੋਏ ਨੇ, ਆ ਹੁਣ ਮੰਥਨ ਕਰ ਰਹੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ। ਤੋਂ ਮੰਥਨ ਕਰ ਲਓ, ਪਤਾ ਤੁਹਾਨੂੰ ਕੰਧ ਤੇ ਲਿਖਿਆ ਪੜ੍ਹ ਲਓ, ਮੰਥਨ ਦੀ ਲੋੜ ਹੀ ਨਹੀਂ, ਪਤਾ ਹੀ ਹੈ। ਅੱਜ
ਜਦੋਂ ਸੰਸਦੀ ਦਲ ਦੀ ਮੀਟਿੰਗ 'ਚ ਮੋਦੀ ਸਾਹਿਬ ਇਹ ਕਹਿੰਦੇ ਨੇ, ਤੁਹਾਨੂੰ ਸਭ ਨੂੰ ਪਤਾ ਹੈ, ਸਰੋਤਿਆਂ ਨੂੰ, ਦਰਸ਼ਕਾਂ ਨੂੰ ਪਤਾ ਹੈ ਮੈਂ ਕਿੰਨਾ ਕਿਸ ਦੇ ਹੱਕ 'ਚ ਵਿਰੋਧ 'ਚ ਬੋਲਦਾ, ਪਰ ਮੋਦੀ ਸਾਹਿਬ ਦੇ ਮੈਨੂੰ ਹੱਕ 'ਚ ਕਹਿਣਾ ਪਿਆ ਵੀ ਆਹ ਤਾਂ ਕਮਾਲ ਕਰਤੀ। ਉਹ ਕਹਿੰਦੇ ਜਿਹੜੇ ਵੀ ਬੰਦੇ ਦੁਖੀ ਨੇ, ਜਿਨ੍ਹਾਂ ਦੇ ਬੱਚਿਆਂ ਨੂੰ ਨਹੀਂ ਟਿਕਟ ਮਿਲੀ, ਉਹਦੇ ਲਈ ਮੈਂ ਜ਼ਿੰਮੇਵਾਰ ਹਾਂ। ਅਸੀਂ ਪਰਿਵਾਰਵਾਦ ਨਹੀਂ ਚੱਲਣ ਦੇਣਾ, ਹੋਰ ਕੁਝ ਹੋਵੇ ਨਾ ਹੋਵੇ। ਭਾਰਤੀ ਜਨਤਾ ਪਾਰਟੀ 'ਚ ਪਰਿਵਾਰਵਾਦ ਨਹੀਂ ਹੈ, ਔਰ ਬਾਕੀ ਸਾਰੀਆਂ ਖੇਤਰੀ ਪਾਰਟੀਆਂ 'ਚ ਪਰਿਵਾਰਵਾਦ ਹੈ। ਤੇ ਜੇ ਸੁਖਬੀਰ ਸਿੰਘ ਬਾਦਲ ਨੂੰ ਹਾਲੇ ਵੀ ਨਹੀਂ ਪਤਾ ਲੱਗਦਾ ਕਿ ਹਾਲੇ ਮੰਥਨ ਕਾਹਦਾ ਕਰਨਾ ਵੀ ਸੀ, ਹਾਰੇ ਕਿਉਂ? ਪਤਾ ਹੀ ਹੈ ਵੀ ਇਹ ਅਕਾਲੀ ਦਲ ਕੀ ਹੈ, ਇਹ ਪੰਥਕ ਹੈ। ਗਿਆਨੀ ਹਰਪ੍ਰੀਤ ਸਿੰਘ ਜਿਹੜੇ ਅਕਾਲ ਸਾਹਿਬ ਤਖਤ ਦੇ ਜਥੇਦਾਰ ਨੇ, ਜਦੋਂ ਇਹ ਗੱਲ ਕਰਦੇ ਨੇ ਤਾਂ ਉਸ ਵੇਲੇ ਵੀ ਉਹਨਾਂ ਨੂੰ ਪਤਾ ਹੀ ਹੈ ਕਿ ਅਕਾਲ ਤਖਤ ਸਾਹਿਬ ਤੁਸੀਂ ਕੌਮ ਦੇ ਜਥੇਦਾਰ ਹੋ, ਨਾ ਕਿ ਤੁਸੀਂ ਜਥੇਦਾਰ ਹੋ ਜਿਹੜਾ ਹੈ ਇਕੱਲੇ ਅਕਾਲੀਆਂ ਦੇ। ਇਹ ਨਹੀਂ ਹੈ। ਸਾਨੂੰ ਵੀ ਪਤਾ ਹੈ ਕਿ ਇੱਕ ਖੇਤਰੀ ਪਾਰਟੀ ਚਾਹੀਦੀ ਹੈ, ਪਰ ਖੇਤਰੀ ਪਾਰਟੀ ਲੋਕਾਂ ਦੀ ਹੋਵੇ, ਪੰਥ ਦੀ ਹੋਵੇ, ਨਾ ਕਿ ਇੱਕ ਪਰਿਵਾਰ ਦੀ ਹੋਵੇ। ਤੇ ਮੰਥਨ ਦਾ ਕੀ ਫਾਇਦਾ ਜੀ, ਜਿਹੜੇ ਤੁਸੀਂ ਗੱਲ ਕਰ ਰਹੇ ਹੋ? ਮੰਥਨ ਤਾਂ ਹੋ ਹੀ ਪਿਆ। ਤੇ ਜੇ ਸਿੰਗਲਾ ਇਹ ਕਹਿੰਦਾ ਤਾਂ ਉਹਨੇ ਤਾਂ ਪਹਿਲਾਂ ਹੀ ਕਹਿਤਾ ਸੀ। ਰਹੀ ਗੱਲ ਦਿੱਲੀ ਦੀ, ਦਿੱਲੀ ਦੇ ਵਿੱਚ ਤਾਂ ਉਸੇ ਵੇਲੇ ਹੀ ਪਤਾ ਲੱਗ ਗਿਆ ਸੀ ਕਿ ਇਹਨਾਂ ਦੀ ਪਕੜ ਢਿੱਲੀ ਹੋ ਗਈ। ਸਭ ਤੋਂ ਪਹਿਲਾਂ ਮਨਜੀਤ ਸਿੰਘ ਜੀਕੇ ਗਿਆ। ਮਨਜੀਤ ਸਿੰਘ ਜੀਕੇ ਤੋਂ ਬਾਅਦ ਜੋ ਕੁਛ ਉੱਥੇ ਹੋਇਆ, ਤੇ ਹਰਮੀਤ ਸਿੰਘ ਕਾਲੇਕੇ ਜਦੋਂ ਬਣਦਾ, ਤੇ ਉਦੋਂ ਪਹਿਲਾਂ ਤੁਹਾਡੇ ਯਾਦ ਹੋਊ ਕਿ ਮਨਜਿੰਦਰ ਸਿੰਘ ਸਿਰਸਾ ਸਾਬਕਾ ਪ੍ਰਧਾਨ ਰਿਜ਼ਾਈਨ ਕਰਕੇ ਭਾਰਤੀ ਜਨਤਾ ਪਾਰਟੀ ਜਾਂਦਾ, ਤੇ ਸੁਖਬੀਰ ਸਿੰਘ ਬਾਦਲ ਕਹਿੰਦੇ ਜੀ ਉਹਨੂੰ ਧੱਕੇ ਨਾਲ ਲੈ ਗਏ ਹੋਣਗੇ। ਪਰ ਉਹ ਤਾਂ ਜੇ ਧੱਕੇ ਨਾਲ ਲੈ ਕੇ ਗਏ, ਪਰ ਜਿਸ ਕਿਸਮ ਦੀ ਭੂਮਿਕਾ ਉੱਥੇ ਨਿਭਾ ਰਿਹਾ, ਜਿਵੇਂ ਸੰਤ ਜਿਹਦੇ 'ਚ, ਤੇ ਉਹ ਸੰਤ ਵੀ ਜਿਹਨੂੰ ਲੋਕ ਬੜੀ ਇੱਜ਼ਤ ਨਾਲ ਦੇਖਦੇ ਨੇ ਜਾਂ ਦੇਖਦੇ ਸੀ, ਸੀਚੇਵਾਲ ਸਾਹਿਬ, ਉਹ ਵੀ ਉੱਥੇ ਮੋਦੀ ਸਾਹਿਬ ਦੇ ਦਰਬਾਰ 'ਚ ਖੜੇ ਨੇ। ਜੇ ਮੈਨੂੰ ਨਹੀਂ ਸਮਝ ਆਉਂਦੀ ਵੀ ਕੀ ਲੋੜ ਸੀ, ਪਰ ਲੈ ਗਏ। ਤੇ ਜਾ ਕੇ ਉੱਥੇ ਮੋਦੀ ਸਾਹਿਬ ਦੇ ਕੋਲ ਜਿਸ ਤਰੀਕੇ ਨਾਲ ਸਿੱਖਾਂ ਨੂੰ ਪੇਸ਼ ਕੀਤਾ ਗਿਆ, ਔਰ ਇਹ ਦਾਅਵਾ ਕੀਤਾ ਗਿਆ ਕਿ ਸਿੱਖਾਂ ਦੇ ਨਾਲ ਮੋਦੀ ਸਾਹਿਬ ਦਾ ਬਹੁਤ ਪਿਆਰ ਹੈ, ਤਾਂ ਪਿਆਰ ਹੈਗਾ। ਚਾਹੇ ਭਗਵੰਤ ਮਾਨ ਜਿੰਨਾ ਮਰਜ਼ੀ ਕਹੇ ਜਾਏ ਜੀ ਇਹਨਾਂ ਨੇ 90 ਸਕਿੰਟ ਦੀ ਪੱਗ ਰੱਖੀ, ਹੁਣ ਤਾਂ ਪੂਰੀਆਂ ਪੱਗਾਂ ਬੰਨ੍ਹ ਕੇ ਆਏ ਨੇ ਇਸ ਵਾਰ ਤਾਂ ਉੱਥੇ ਜਦੋਂ ਇਸ ਕਿਸਮ ਦੀ ਗੱਲ ਹੋਈ ਤਾਂ ਹਰਮੀਤ ਸਿੰਘ ਕਾਲੇਕੇ ਵੀ, ਉਹਦੀ ਬੀਵੀ ਜਿਹੜੀ ਹੈ ਮਿਸਿਜ਼ ਹਰਮੀਤ ਸਿੰਘ ਕਾਲੇਕੇ, ਉਹ ਤਾਂ ਭਾਰਤੀ ਜਨਤਾ ਪਾਰਟੀ ਦੀ ਕੌਂਸਲਰ ਹੈ। ਤਾਂ ਕੌਂਸਲਰ ਉਹਨਾਂ ਨੇ ਨਵੀਂ ਪਾਰਟੀ ਬਣਾ ਲਈ। ਉਹ ਪਾਰਟੀ ਨਿਸ਼ਚਿਤ ਤੌਰ ਤੇ ਕਿਹਦੇ ਨਾਲ ਹੋਊਗੀ? ਸ਼੍ਰੋਮਣੀ ਅਕਾਲੀ ਦਲ ਦਾ ਨਾਲ ਹੋਣੀ ਨਹੀਂ। ਜੇ ਸ਼੍ਰੋਮਣੀ ਅਕਾਲੀ ਦਲ ਨਾਲ ਹੀ ਚੱਲਣਾ ਸੀ ਤਾਂ ਪਾਰਟੀ ਬਣਾਉਣ ਦੀ ਕੀ ਲੋੜ ਸੀ? ਤਾਂ ਇਹ 27 ਮੈਂਬਰ ਜਿਹੜੇ ਜਿੱਤੇ ਸੀ, ਉਹਨਾਂ ਚੋਂ ਮੇਰੇ ਹਿਸਾਬ ਨਾਲ 26 ਜਾਂ 25, ਦੋ ਛੱਡ ਦਈਏ ਆਪਾਂ, ਇੱਕ ਵੱਧ ਰੁੰਗੇ ਦਾ ਛੱਡ ਦਈਏ, 25 ਮੈਂਬਰ ਜਿਹੜੇ ਨੇ ਉਹ ਨਵੀਂ ਪਾਰਟੀ ਚਲੇ ਗਏ, ਸਮਝੋ ਜਿਹੜੀ ਸਪਾਂਸਰਡ ਬਾਈ ਬੀਜੇਪੀ, ਤੇ ਇਹ ਰਹਿ ਗਏ। ਤੇ ਹੁਣ ਜਦੋਂ ਉਹਨਾਂ ਨੇ ਜਾਣਾ ਸੀ, ਜਦੋਂ ਤੁਸੀਂ ਗੱਲ ਕਰ ਰਹੇ ਹੋ, ਇਹ ਤੋਂ 1.5 ਘੰਟਾ ਪਹਿਲਾਂ ਸਰਦਾਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਜਿਹੜਾ ਹੈ ਅਵਤਾਰ ਸਿੰਘ ਹਿੱਤ ਦੀ ਅਗਵਾਈ 'ਚ ਇੱਕ ਅਡਾਕ ਕਮੇਟੀ ਬਣਾਤੀ, ਯਾਨੀ ਹਿੱਤ ਹੀ ਰਹਿ ਗਿਆ ਜਿਹੜਾ ਪੁਰਾਣਾ ਪ੍ਰਧਾਨ ਹੈ। ਸੋ ਦਿੱਲੀ 'ਚ ਵੀ ਕਮਜ਼ੋਰ ਹੋ ਗਿਆ। ਵੈਸੇ ਤਾਂ ਦਿੱਲੀ 'ਚ ਜੋ ਸਿੱਖ ਸਿਆਸਤ ਹੈ, ਬੜਾ ਅਜੀਬ ਜਿਹਾ ਲੱਗਦਾ, ਬੜੀ ਨਮੋਸ਼ੀ ਹੁੰਦੀ ਹੈ ਕਿ ਉਹ ਸਿੱਖ ਸਿਆਸਤ ਉੱਥੇ ਜਿਸ ਤਰੀਕੇ ਨਾਲ ਚੱਲਦੀ ਹੈ, ਜਿਸ ਤਰੀਕੇ ਨਾਲ ਕਰਪਸ਼ਨ ਦੇ ਇੱਕ ਦੂਜੇ ਤੇ ਚਾਰਜ ਉੱਥੇ ਲੱਗੇ ਨੇ, ਤੇ ਉਹ ਬਹੁਤ ਦੁੱਖ ਹੁੰਦਾ ਹੈ। ਕਿਉਂਕਿ ਦਿੱਲੀ ਦੇ ਵਿੱਚ ਸਿੱਖ ਸਿਆਸਤ ਤਕੜੀ ਹੋਣ ਦਾ ਮਤਲਬ ਹੈ ਸਾਰੇ ਹਿੰਦੁਸਤਾਨ 'ਚ ਜੇ ਕਦੇ ਘੱਟ ਗਿਣਤੀ ਸਿੱਖਾਂ ਤੇ ਕੋਈ ਵੀ ਹਮਲਾ ਹੁੰਦਾ ਹੈ ਤਾਂ ਉਹ ਦਿੱਲੀ ਦੇ ਵਿੱਚ ਉੱਚੀ ਆਵਾਜ਼ ਦੇ ਵਿੱਚ ਉਹਨੂੰ ਜਵਾਬ ਦਿੱਤਾ ਜਾਂਦਾ ਸੀ। ਪਰ ਹੁਣ ਜਿਵੇਂ ਹਾਲਾਤ ਬਣੇ ਨੇ, ਉਹ ਤਾਂ ਬਿਲਕੁਲ ਹੀ ਪ੍ਰੋ ਬੀਜੇਪੀ ਹੋ ਗਏ। ਤੇ ਸਿੱਖਾਂ ਦਾ ਇਹ ਖਾਸਾ ਰਿਹਾ ਕਿ ਉਹ ਜ਼ਿਆਦਾ ਚਿਰ ਪ੍ਰੋ ਐਸਟੈਬਲਿਸ਼ਮੈਂਟ ਨਹੀਂ ਰਹਿ ਸਕਦੇ, ਜਾਂ ਐਂਟੀ ਐਸਟੈਬਲਿਸ਼ ਸਥਾਪਤੀ ਦੇ ਖਿਲਾਫ ਹੋਣਾ ਇਹਨਾਂ ਦਾ ਖਾਸਾ ਹੈ। ਤੇ ਜਿਹੜਾ ਬੰਦਾ ਸਥਾਪਤੀ ਦੇ ਖਿਲਾਫ ਹੈ ਜਾਂ ਜ਼ੁਲਮ ਦੇ ਖਿਲਾਫ ਹੈ, ਉਹੀ ਬੰਦਾ ਕਾਮਯਾਬ ਹੁੰਦਾ ਹੈ। ਪਰ ਦਿੱਲੀ ਦੇ ਵਿੱਚ ਸਿੱਖ ਸਿਆਸਤ ਦੇ ਵਿੱਚ ਜਿਹੜਾ ਮੋੜ ਕੱਟਿਆ ਗਿਆ, ਉਹ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਹੈ ਇੱਕ ਹੋਰ ਵੱਡਾ ਝਟਕਾ ਹੈ। ਹੁਣ ਕਿੱਥੋਂ ਲੈ ਕੇ ਆਉਣਗੇ? ਤੁਹਾਡੇ ਯਾਦ ਹੋਊਗਾ ਜਦੋਂ ਮੋਦੀ ਸਾਹਿਬ ਆਏ ਸੀ ਨਾ, ਬੀਬਾ ਹਰਸਿਮਰਤ ਦੀ ਕੋਠੀ 'ਚ ਅਖੰਡ ਸਾਹਿਬ ਪਾਠ ਦਾ ਭੋਗ ਪਿਆ ਸੀ। ਪੁੱਛੋ ਜਰਾ ਵੀ ਉਹ ਕਿੱਥੋਂ ਆਇਆ ਸੀ ਖਰਚਾ? ਤੇ ਉਹ ਜੇ ਦਿੱਲੀ ਕਮੇਟੀ ਦੇ ਰਣਜੀਤ ਸਿੰਘ ਜੀਕੇ ਦੱਸ ਦੇਣਗੇ ਤੁਹਾਨੂੰ, ਤੇ ਹੁਣ ਕਿੱਥੋਂ ਕਰਨਗੇ? ਬਹੁਤ ਸਾਰੀਆਂ ਗੱਲਾਂ ਨੇ ਐਸੀਆਂ ਜਿਹੜੀਆਂ ਕਦੇ ਨਹੀਂ ਹੋਈਆਂ, ਉਹ ਵੀ ਹੋ ਰਹੀਆਂ ਨੇ। ਤੇ ਉੱਥੇ ਤਾਂ ਇਹ ਵੀ ਹੁੰਦਾ, ਮੈਂ ਕਦੇ ਨਹੀਂ ਸੁਣਿਆ ਸੀ ਗੁਰਦੁਆਰਿਆਂ ਚੋਂ ਇਹ ਅਰਦਾਸ ਹੋਵੇ, ਭਾਈ ਸਾਨੂੰ ਤੁਸੀਂ ਦਸਵੰਧ ਦੇ ਵਿੱਚੋਂ ਭੇਟਾ ਦਿਓ,
ਇਹ ਗੁਰਦੁਆਰੇ ਦੀ ਦੇਸੀ ਕਿ ਪੈਸੇ ਮੰਗਣ ਦੀ, ਪਰ ਬਹੁਤ ਕੁਝ ਚੱਲਣ ਲੱਗ ਗਿਆ। ਹੋਣਾ ਨਹੀਂ ਚਾਹੀਦਾ ਸੀ। ਉਹ ਤਾਂ ਸਾਡੇ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਨੇ ਵੀ ਕਿਹਾ ਸੀ ਕਿ ਦਸਵੰਧ ਦਿਓ, ਤੇ ਲੋਕ ਗੱਲ ਪੈ ਗਏ ਵੀ ਤੁਸੀਂ ਦੱਸੋ ਹੁਣ ਤੱਕ ਕੀ ਦਿੱਤਾ। ਤਾਂ ਬਹੁਤ ਸਾਰੀਆਂ ਗੱਲਾਂ ਨੇ ਜਿਹਦੇ ਵਿੱਚ ਮੈਨੂੰ ਲੱਗਦਾ ਕਿ ਜਿਹੜੇ ਕੁਝ ਮਾੜੇ ਦਿਨਾਂ ਦੀ ਗੱਲ ਜਿਹਦੀ ਹੁੰਦੀ ਹੈ, ਜਿਵੇਂ ਅੱਛੇ ਦਿਨ ਆਉਂਦੇ ਨੇ, ਸਿਆਸਤ 'ਚ ਮਾੜੇ ਦਿਨ ਵੀ ਹੁੰਦੇ ਨੇ। ਅੱਜ ਕੱਲ੍ਹ ਮਾੜੇ ਦਿਨ ਨੇ। ਉਹ ਮਾੜੇ ਦਿਨਾਂ ਦੇ ਕਾਰਨ ਹੈ ਕਿ ਕੋਰ ਕਮੇਟੀ ਦੀ ਮੀਟਿੰਗ 'ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਆਉਣਾ ਪਿਆ ਆਪਣੇ ਪੁੱਤਰ ਦੇ ਬਚਾਅ ਲਈ। 95 ਸਾਲ ਦੀ ਉਮਰ 'ਚ ਪਹਿਲਾਂ ਇਲੈਕਸ਼ਨ ਲੜਨੀ ਪਈ, ਹਾਰਨਾ ਪਿਆ। ਪਹਿਲਾਂ ਬੋਲਣਾ ਪਿਆ ਕਿਸਾਨਾਂ ਦੇ ਜਿਹੜੇ ਸਾਰੀ ਉਮਰ ਜਿਨ੍ਹਾਂ ਤੋਂ ਪਾਵਰ ਲਈ, ਉਸ ਦੇ ਹੱਕ 'ਚ, ਉਹਨਾਂ ਕਾਨੂੰਨਾਂ ਦੇ ਹੱਕ 'ਚ ਪਹਿਲਾਂ ਬੋਲਣਾ ਪਿਆ, ਪਿੱਛੇ ਫਿਰ ਮੁੜਨਾ ਪਿਆ। ਬਹੁਤ ਕੁਝ ਹੋਇਆ ਤੇ ਲੋਕ ਨਹੀਂ ਭੁੱਲਦੇ, ਤੇ ਹੁਣ ਭੁੱਲਣਗੇ ਵੀ ਨਹੀਂ, ਕਿਉਂਕਿ ਇਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ। ਲੋਕ ਨਾਲ ਦੀ ਨਾਲ ਕੱਢ ਲੈਂਦੇ ਨੇ ਵੀ ਤੁਸੀਂ ਤਾਂ ਆਹ ਕਿਹਾ ਸੀ। ਸੋ ਇਸ ਕਰਕੇ ਮੰਥਨ ਕਰ ਰਹੇ ਨੇ ਸੁਖਬੀਰ ਸਿੰਘ ਬਾਦਲ, ਪਰ ਉਹਨਾਂ ਨੂੰ ਪਤਾ ਹੈ ਵੀ ਹਾਰ ਦੇ ਕਾਰਨ ਕੀ ਨੇ। ਬਿਲਕੁਲ, ਨਾਲੇ ਇਹ ਵੀ ਸਾਫ਼ ਨਜ਼ਰ ਆ ਰਿਹਾ ਕਿ ਜੇ ਅੱਜ ਦਿੱਲੀ ਕਮੇਟੀ ਦੇ ਵਿੱਚ ਇਹ ਕੁਝ ਵਾਪਰ ਰਿਹਾ, ਤੇ ਆਉਣ ਵਾਲੇ ਟਾਈਮ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ ਤੱਕ ਵੀ ਇਹ ਹਵਾ ਪਹੁੰਚ ਸਕਦੀ ਹੈ। ਸ਼ੁਕਰੀਆ, ਧੰਨਵਾਦ ਤੁਹਾਡਾ ਵਾਲੀਆ ਸਾਹਿਬ। ਸ਼ੁਕਰੀਆ।